ਅੱਜ ਦੀ ਵਿਚਾਰ ਪਾਵਨ ਅੰਕ 351 ਦੇ ਉੱਪਰ ਤੋਂ ਆਰੰਭ ਹੈ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹਿਲਾ ਪਹਿਲਾ। ਕਰਮ ਕਰਤੂਤ ਬੇਲ ਬਿਸਥਾਰੀ, RAM ਨਾਮ ਫਲ ਹੁਆ। ਤਿਸ ਰੂਪ ਨ ਰੇਖ ਅਨਾਹਦ ਵਾਜੈ, ਸ਼ਬਦ ਨਿਰੰਜਨ ਕੀਆ। ਹੁਣ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਇਹ 8ਵਾਂ ਸ਼ਬਦ ਹੈ। ਕਰਮ ਕਰਤੂਤ ਬੇਲ ਬਿਸਥਾਰੀ, RAM ਨਾਮ ਫਲ ਹੁਆ। ਕਰਮ ਕਰਤੂਤ, ਚੰਗੇ ਕਰਮ, ਚੰਗਾ ਆਚਰਣ, ਕਿ ਤੇਰੇ ਕਰਮ ਕਰਨ ਦੀ ਕਰਤੂਤ ਠੀਕ ਹੋਵੇ। ਆਖਣ ਲੱਗੇ ਮਾਲਕ ਦੀ ਬਖਸ਼ਿਸ਼ ਦੇ ਨਾਲ, ਉਹਦੀ ਯਾਦ ਦੇ ਨਾਲ ਉਸ ਮਨੁੱਖ ਦਾ ਉੱਚਾ ਆਚਰਣ, ਉੱਚਾ ਕਰਮ ਬਣਦਾ ਹੈ। ਇਹ ਮਾਨੋ ਉੱਚੀ ਮਨੁੱਖਤਾ ਦੀ ਫੁੱਟੀ ਹੋਈ, ਖਿਲਰੀ ਹੋਈ ਵੇਲ ਹੈ। ਵਿਸਥਾਰੀ ਹੋਈ ਭਾਵ ਜੀ ਦਾ ਬਹੁਤ ਵਿਸਥਾਰ ਹੋਇਆ, ਉਸ ਵੇਲ ਦੇ ਵਾਂਗ ਹੈ। RAM ਨਾਮ ਫਲ ਹੁਆ। ਇਸ ਵੇਲ ਨੂੰ ਪ੍ਰਮਾਤਮਾ ਦਾ ਨਾਮ ਫਲ ਲੱਗਦਾ ਹੈ, ਭਾਵ ਉਸ ਦੀ ਸੁਰਤ ਨਾਮ ਵਿੱਚ ਜੁੜੀ ਰਹਿੰਦੀ ਹੈ। ਕਿਉਂਕਿ ਆਮ ਜਿਹੜੀ ਵੀ ਵੇਲ ਹੁੰਦੀ ਹੈ, ਬਹੁਤੀ ਵਾਰ ਉਹਨੂੰ ਫਲ ਤਾਂ ਲੱਗਣਾ ਹੀ ਲੱਗਣਾ। ਇਸ ਕਰਕੇ ਕਹਿੰਦੇ ਹੈ ਕਿ ਜਿਹੜਾ ਮਨੁੱਖ ਹੈ ਉਹਦਾ ਆਚਰਣ ਚੰਗਾ ਹੈ। ਜਦੋਂ ਇਹ ਬੀਜ ਬੀਜਦਾ ਹੈ, ਇਹ ਆਪਣੀ ਵੇਲ ਨੂੰ ਵਧਾਉਂਦਾ ਹੈ, ਇਸ ਵੇਲ ਨੂੰ ਵਧਾਉਂਦਾ ਹੈ, ਵੱਲ ਨੂੰ ਵਧਾਉਂਦਾ ਹੈ, ਅਤੇ ਇਹਨੂੰ ਮਾਲਕ ਦਾ ਨਾਮ ਰੂਪ ਜਿਹੜਾ ਫਿਰ ਫਲ ਲੱਗਦਾ ਹੈ। ਤਿਸ ਰੂਪ ਨਾ ਰੇਖ ਅਨਾਹਦ ਵਾਜੈ, ਸ਼ਬਦ ਨਿਰੰਜਨ ਕੀਆ। ਆਖਣ ਲੱਗੇ ਰੇਖ ਭਾਵ ਚਿੰਨ੍ਹ। ਆਖਣ ਲੱਗੇ ਕਿ ਮਾਇਆ ਰਹਿਤ ਪ੍ਰਭੂ ਨੇ ਉਸ ਦੇ ਅੰਦਰ ਸਿਫਤ ਸਲਾਹ ਦਾ ਇੱਕ ਪ੍ਰਵਾਹ ਚਲਾ ਦਿੱਤਾ ਹੈ। ਉਹ ਪ੍ਰਵਾਹ ਮਾਨੋ ਇੱਕ ਸੰਗੀਤ ਹੈ, ਭਾਵ ਇੱਕ ਅਨਾਹਤ ਦੇ ਰਾਗ ਵਾਗ ਹੈ, ਜਿਹੜਾ ਸਦਾ ਚੱਲਦਾ ਰਹਿੰਦਾ ਹੈ, ਜੋ ਇੱਕ ਰਸ ਆਪਣਾ ਪ੍ਰਭਾਵ ਪਾਈ ਰੱਖਦਾ, ਭਾਵ ਆਨੰਦ ਸੁੱਖ ਬਣਿਆ ਰਹਿੰਦਾ ਹੈ। ਪਰ ਉਸ ਦਾ ਕੋਈ ਰੂਪ ਰੇਖ ਬਿਆਨ ਨਹੀਂ ਹੋ ਸਕਦਾ, ਉਹਦੇ ਬਾਰੇ ਦੱਸਿਆ ਆਖਿਆ ਨਹੀਂ ਜਾ ਸਕਦਾ। ਕਰੇ ਵਖਿਆਣ ਜਾਣੈ ਜੇ ਕੋਈ, ਅੰਮ੍ਰਿਤ ਪੀਵੈ ਸੋਈ। ਰਹਾਉ ਜਿਨ ਪੀਆ ਸੇ ਮਸਤ ਭਏ ਹੈਂ, ਟੂਟੇ ਬੰਧਨ ਫਾਹੇ। ਜੋਤੀ ਜੋਤ ਸਮਾਣੀ ਭੀਤਰ, ਤਾਂ ਛੋਡੇ ਮਾਇਆ ਕੇ ਲਾਹੇ। ਰਹਾਉ ਦੀ ਬੰਦ ਵਿੱਚ ਹੁਣ ਸਤਿਗੁਰੂ ਜੀ ਆਖ ਰਹੇ ਨੇ, ਕਰੇ ਵਖਿਆਣ ਜਾਣੈ ਜੇ ਕੋਈ, ਕਿ ਜੇ ਕੋਈ ਮਨੁੱਖ ਮਾਲਕ ਦੀ ਯਾਦ ਸਿਮਰਨ ਦੇ ਨਾਲ ਸਾਂਝ ਪਾ ਲਏ, ਉਸ ਮਾਲਕ ਨਾਲ ਜਾਣ ਪਛਾਣ ਕਰ ਲਏ, ਤੇ ਕੀ ਹੈ ਕਰੇ ਵਖਿਆਣ ਭਾਵ ਉਹਦੀ ਸਿਫਤ ਸਲਾਹ ਕਰਦਾ ਹੈ। ਅੰਮ੍ਰਿਤ ਪੀਵੈ ਸੋਈ। ਆਖਣ ਲੱਗੇ ਤਾਂ ਉਹ ਨਾਮ ਅੰਮ੍ਰਿਤ ਪੀਂਦਾ ਹੈ, ਭਾਵ ਉਹ ਆਤਮਕ ਆਨੰਦ ਜੀਵਨ ਜਿਹੜਾ ਹੈ ਉਹ ਮਾਣਦਾ ਹੈ, ਪ੍ਰਾਪਤ ਕਰਦਾ ਹੈ। ਰਹਾਉ ਜਿਨ ਪੀਆ ਸੇ ਮਸਤ ਭਏ ਹੈ, ਟੂਟੇ ਬੰਧਨ ਫਾਹੇ। ਆਖਣ ਲੱਗੇ ਜਿਨ੍ਹਾਂ ਜੀਵਾਂ ਨੇ ਫਿਰ ਉਹ ਨਾਮ ਰੂਪ ਅੰਮ੍ਰਿਤ ਰਸ ਪੀਤਾ ਹੈ, ਉਹ ਮਸਤ ਹੋ ਗਏ ਨੇ। ਉਹ ਉਹਦੇ ਵਿੱਚ ਹੀ ਜਿਹੜੇ ਨੇ ਉਹਨਾਂ ਦੀ ਸੁਰਤ ਜੁੜ ਗਈ ਹੈ। ਉਹਨਾਂ ਦੇ ਮਾਇਆ ਵਾਲੇ ਬੰਧਨ ਤੇ ਫਾਹੇ ਜਿਹੜੇ ਨੇ ਉਹ ਟੁੱਟ ਗਏ ਨੇ, ਖਤਮ ਹੋ ਗਏ ਨੇ। ਜੋਤੀ ਜੋਤ ਸਮਾਣੀ ਭੀਤਰ, ਤਾਂ ਛੋਡੇ ਮਾਇਆ ਕੇ ਲਾਹੇ। ਆਖਣ ਲੱਗੇ ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਜਿਹੜੀ ਹੈ ਸਮਾ ਗਈ ਹੈ, ਟਿਕ ਗਈ ਹੈ। ਉਹਨਾਂ ਨੇ ਮਾਇਆ ਦੀ ਖਾਤਰ ਦਿਨ ਰਾਤ ਦੀ ਦੌੜ ਭੱਜ ਫਿਰ ਕੀ ਹੈ
ਛੱਡ ਦਿੱਤੀ ਹੈ। ਭਾਵ ਉਹ ਮਾਇਆ ਦੇ ਮੋਹ ਜਾਲ ਵਿੱਚੋਂ ਬਚ ਗਏ ਹਨ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ। ਰਾਰੈ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਬੀਣਾ ਸ਼ਬਦ ਵਜਾਵੈ ਜੋਗੀ, ਦਰਸ਼ਨ ਰੂਪ ਅਪਾਰਾ। ਸ਼ਬਦ ਅਨਾਹਦ ਸੋ ਸ਼ਹਿਰਾਤਾ, ਨਾਨਕ ਕਹਿ ਵਿਚਾਰਾ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ। ਆਖਣ ਲੱਗੇ ਜਿਸ ਮਨੁੱਖ ਨੇ ਤੇਰੀ ਯਾਦ ਦੀ ਬਖਸ਼ਿਸ਼ ਦੇ ਨਾਲ, ਬਰਕਤ ਨਾਲ ਨਾਮ ਰਸ ਅੰਮ੍ਰਿਤ ਰਸ ਪੀਤਾ ਹੈ, ਉਸ ਨੇ ਹੀ ਮਾਲਕ ਜੀਓ ਸਾਰੇ ਜੀਵਾਂ ਵਿੱਚ ਤੇਰਾ ਹੀ ਦਰਸ਼ਨ ਕੀਤਾ ਹੈ। ਤੈਨੂੰ ਹੀ ਦੇਖਿਆ, ਤੇਰੀ ਜੋਤ ਨੂੰ ਹੀ ਉਹਨੇ ਪਛਾਣਿਆ ਹੈ। ਉਸ ਨੇ ਸਾਰੇ ਭਵਨਾਂ ਵਿੱਚ ਤੇਰੀ ਪੈਦਾ ਕੀਤੀ ਮਾਇਆ ਦੀ ਮਾਇਆ ਹੈ ਜਿਹੜੀ ਉਹ ਪ੍ਰਭਾਵ ਪਾਉਂਦੀ ਕੀ ਹੈ, ਵੇਖ ਲਈ ਹੈ ਕਿ ਉਹਨੇ ਉਹ ਵੀ ਵੇਖ ਲਈ ਜਿਹੜੀ ਮਾਇਆ ਤੂੰ ਪੈਦਾ ਕੀਤੀ ਹੈ ਨਾ, ਸਾਰੇ ਬ੍ਰਹਿਮੰਡਾਂ ਖੰਡਾਂ ਦੇ ਵਿੱਚ ਉਹ ਪ੍ਰਭਾਵ ਕਿਵੇਂ ਪਾਉਂਦੀ ਹੈ ਤੇ ਕਿਵੇਂ ਪਾ ਰਹੀ ਹੈ, ਉਹਨੇ ਇਹ ਵੀ ਵੇਖੀ ਹੈ ਤੇ ਸਭ ਦੇ ਵਿੱਚ ਤੇਰਾ ਦੀਦਾਰ ਵੀ ਉਸਨੇ ਕੀਤਾ ਹੈ। ਰਾਰੈ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਰਾਰੈ ਰੂਪ ਭਾਵ ਝਗੜਾ ਰੂਪ ਸੰਸਾਰ। ਆਖਣ ਲੱਗੇ ਉਹ ਮਨੁੱਖ ਵੇਖਦਾ ਹੈ ਕਿ ਪ੍ਰਮਾਤਮਾ ਝਗੜੇ ਰੂਪ ਸੰਸਾਰ ਵਿੱਚੋਂ ਬੜਾ ਵੱਖ ਹੋ ਕੇ ਬੈਠਾ ਹੋਇਆ ਹੈ, ਨਿਰਾਲਾ ਬੈਠਾ ਹੈ ਕਿ ਸੰਸਾਰ ਮਾਇਆ ਦੇ ਕਰਕੇ ਝਗੜਿਆਂ ਵਿੱਚ ਪਿਆ ਹੋਇਆ ਹੈ, ਪਰ ਮਾਲਕ ਕੀ ਹੈ, ਉਹ ਇਹ ਵੇਖ ਰਿਹਾ ਕਿ ਉਹ ਤੇ ਨਿਰਾਲਮ ਹੈ, ਉਹ ਵੱਖਰਾ ਹੀ ਹੈ, ਵੱਖਰਾ ਬੈਠਾ ਹੋਇਆ ਹੈ ਤੇ ਵਿੱਚੇ ਹੀ ਪ੍ਰਤੀਬਿੰਬ ਵਾਂਗ ਵਿਆਪਕ ਹੋ ਕੇ ਇਹ ਸਭ ਕੁਝ ਵੇਖ ਵੀ ਰਿਹਾ ਹੈ। ਨਦਰ ਕਰੇ ਵਿੱਚ ਛਾਇਆ, ਕਹਿੰਦੇ ਵਿੱਚ ਪ੍ਰਤੀਬਿੰਬ ਛਾਇਆ ਹੋ ਕੇ, ਕਿ ਜਿਵੇਂ ਹੁਣ ਅਕਸ ਬਣਦਾ ਹੈ ਨਾ ਮਨੁੱਖ ਦਾ, ਕਿਸੇ ਪਾਸਿਓਂ ਸੂਰਜ ਦੀ ਕਿਸੇ ਪਾਸਿਓਂ ਲਾਈਟ ਪਏ ਤੇ ਮਗਰ ਇੱਕ ਅਕਸ ਬਣਦਾ, ਪਰਛਾਵਾਂ ਬਣਦਾ, ਛਾਂ ਬਣਦੀ। ਕਹਿੰਦੇ ਉਹ ਬਿਲਕੁਲ ਉਸੇ ਤਰ੍ਹਾਂ ਮਨੁੱਖ ਦੇ ਨਾਲ ਰਹਿ ਕੇ ਅੰਦਰ ਵਸ ਕੇ ਇਹ ਸਾਰਾ ਕੁਝ ਦੇਖ ਵੀ ਰਿਹਾ ਹੈ। ਬੀਣਾ ਸ਼ਬਦ ਵਜਾਵੈ ਜੋਗੀ, ਦਰਸ਼ਨ ਰੂਪ ਅਪਾਰਾ। ਬੀਣਾ ਭਾਵ ਬੀਨ ਜਿਹੜੇ ਜੋਗੀ ਵਜਾਉਂਦੇ ਹਨ। ਆਖਣ ਲੱਗੇ ਉਹੀ ਮਨੁੱਖ ਹੈ ਅਸਲ ਜੋਗੀ, ਅਪਾਰ ਪਰਮਾਤਮਾ ਦੇ ਦ੍ਰਿਸ਼ ਵਿੱਚ ਮਸਤ ਹੋ ਕੇ ਪਰਮਾਤਮਾ ਦੀ ਸਿਫਤ ਸਲਾਹ ਰੂਪ ਬੀਣਾ ਵਜਾਉਂਦਾ, ਭਾਵ ਹਮੇਸ਼ਾ ਉਹਦੇ ਨਾਮ ਵਿੱਚ ਮਸਤ ਹੋਇਆ ਰਹਿੰਦਾ ਹੈ। ਉਹ ਕੋਈ ਵੱਖਰੀ ਬੀਨ ਨਹੀਂ ਵਜਾਉਂਦਾ ਜਿਹੜੀ ਕੱਦੂ ਆਦਿ ਜਿਹੜੀ ਲੌਕੀ ਆਦਿ ਤੋਂ ਬਣਾਈ ਹੁੰਦੀ ਹੈ, ਉਹ ਮਾਲਕ ਦੇ ਗੁਣ ਗਾਉਂਦਾ, ਇਹੋ ਹੀ ਉਹਦੀ ਬੀਨਾ ਬਣੀ ਰਹਿੰਦੀ ਹੈ। ਸ਼ਬਦ ਅਨਾਹਦ ਸੋ ਸ਼ਹਿਰਾਤਾ, ਨਾਨਕ ਕਹਿ ਵਿਚਾਰਾ। ਆਖਣ ਲੱਗੇ ਕਿ ਨਾਨਕ ਆਪਣਾ ਇਹ ਖਿਆਲ ਦੱਸਦਾ ਹੈ ਕਿ ਇੱਕ ਰਸ ਸਿਫਤ ਸਲਾਹ ਵਿੱਚ ਜੁੜੇ ਰਹਿਣ ਦੇ ਕਾਰਨ ਉਹ ਮਨੁੱਖ ਖਸਮ ਪ੍ਰਭੂ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ, ਭਾਵ ਮਾਲਕ ਦੇ ਸ਼ਬਦ ਵਿੱਚ ਜੁੜਿਆ ਰਹਿੰਦਾ ਜਿਹੜਾ, ਤੇ ਉਹਦੇ ਅੰਦਰ ਫਿਰ ਇੱਕ ਰਸ ਆਤਮਿਕ ਸੁੱਖ ਆਨੰਦ ਫਿਰ ਬਣਿਆ ਰਹਿੰਦਾ ਹੈ। ਆਸਾ ਮਹਿਲਾ ਪਹਿਲਾ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ, ਖਾਣਾ ਪੀਣਾ ਹੱਸਣਾ ਬਾਦ, ਜਬ ਲਗ ਹਿਰਦੈ ਨ ਆਵਹਿ ਯਾਦ। ਆਖਣ ਲੱਗੇ ਗੁਰੂ ਨਾਨਕ ਸਾਹਿਬ ਜੀ, ਮੈਂ ਗੁਣ ਗੱਲਾਂ ਕੇ ਸਿਰ ਭਾਰ। ਇਹਨੂੰ ਹੁਣ ਕਿ ਹੇ ਸਿਰਜਣਹਾਰ, ਮੇਰੇ ਵਿੱਚ ਤਾਂ ਸਿਰਫ ਇਹੀ ਗੁਣ ਹਨ
कि मैं निरी यही खट्टी खट्टी है कि अपने सिर उत्ते निरीਆਂ ਗੱਲਾਂ ਦੇ ਭਾਰ ਹੀ ਮੈਂ ਬੰਨੇ ਹੋਏ ਹੈ। ਇਹ ਗੱਲਾਂ ਦਾ ਭਾਰ ਹੀ ਚੁੱਕਿਆ, ਗੱਲਾਂ ਕਰਨੀਆਂ ਜਾਣਦਾ, ਮੇਰੇ ਅੰਦਰ ਕੁਛ ਨਹੀਂ ਹੈ। ਹੁਣ ਇਹਨੂੰ ਗੱਲਾਂ ਉਚਾਰਨ ਕਰਨਾ ਹੈ, ਗਲਾ ਉਚਾਰਨ ਨਹੀਂ ਕਰਨਾ। ਜੇ ਗਲਾ ਉਚਾਰਨ ਕੀਤਾ ਤੇ ਇਹਦੇ ਅਰਥ ਨਹੀਂ ਹੋਣਗੇ ਇਸ ਤਰ੍ਹਾਂ। ਗੱਲਾਂ ਠੀਕ ਹੈ, ਜੋ ਗੱਲਾਂ ਕਰਦੇ, ਕਿਉਂਕਿ ਸੰਸਾਰ ਵਿੱਚ ਬਹੁਤਾ ਮਨੁੱਖ ਸੱਚਾ ਹੋਣ ਦਾ, ਧਰਮੀ ਹੋਣ ਦਾ ਜਦੋਂ ਯਤਨ ਕਰਦਾ ਨਾ, ਕਹਿੰਦਾ ਭਾਵੇਂ ਕਿ ਸੱਚਮੁੱਚ ਧਰਮੀ ਹੋ ਜਾਣਾ। ਇੱਕ ਹੈ ਉਹਦਾ ਵਿਖਾਵਾ ਕਰਨਾ। ਜਦੋਂ ਧਰਮੀ ਹੋਣ ਦਾ, ਸੱਚੇ ਹੋਣ ਦਾ ਵਿਖਾਵਾ ਕੀਤਾ ਜਾਂਦਾ, ਉਦੋਂ ਮਨੁੱਖ ਬਹੁਤੀਆਂ ਗੱਲਾਂ ਹੀ ਕਰਦਾ। ਮੈਂ ਇੰਜ ਕਰ ਦਿੰਦਾ, ਮੈਂ ਮੇਰੇ ਕੋਲ ਇਸ ਤਰ੍ਹਾਂ ਕਹਿਣ ਦਾ ਭਾਵ ਕਿ ਗੱਲਾਂ ਦੇ ਨਾਲ ਹੀ ਆਪਣੇ ਸਿਰ 'ਤੇ ਭਾਰ ਵਧਾਈ ਜਾਂਦਾ, ਅੰਦਰੋਂ ਖਾਲੀ ਹੁੰਦਾ, ਅੰਦਰੋਂ ਉਹ ਖਾਲੀ ਢੋਲ ਦੀ ਤਰ੍ਹਾਂ ਵੱਜਦਾ ਹੈ। ਗੱਲਾਂ ਸਿਰਜਣਹਾਰ ਆਖਣ ਲੱਗੇ, ਗੱਲਾਂ ਵਿੱਚੋਂ ਸਿਰਫ ਗੱਲਾਂ ਹੀ ਚੰਗੀਆਂ ਨੇ ਜੋ ਇਹ ਸਿਰਜਣਹਾਰ ਤੇਰੀਆਂ ਗੱਲਾਂ ਹਨ, ਤੇਰੀ ਸਿਫਤ ਸਲਾਹ ਦੀਆਂ ਗੱਲਾਂ ਨੇ। ਕਹਿੰਦੇ ਉਹੋ ਹੀ ਗੱਲਾਂ ਚੰਗੀਆਂ ਨੇ ਜੋ ਤੇਰੀ ਸਿਫਤ ਸਲਾਹ ਨਾਲ ਜੋੜਦੀਆਂ ਨੇ ਜਾਂ ਤੇਰੀ ਸਿਫਤ ਸਲਾਹ ਕਰਦੀਆਂ ਨੇ। ਉਹੀ ਬਚਨ, ਉਹੀ ਗੱਲਾਂ, ਉਹੀ ਵਾਕ, ਉਹੀ ਸ਼ਬਦ ਚੰਗੇ ਨੇ ਜੋ ਤੇਰੇ ਨਾਲ ਜੋੜਦੇ ਨੇ। ਹੋਰ ਸਿਰਜਣਹਾਰ ਮਾਲਕ ਜੀ ਕੁਝ ਵੀ ਗੱਲਾਂ ਕਰਨੀਆਂ ਜਿਹੜੀਆਂ ਨੇ ਉਹ ਵਿਅਰਥ ਨੇ, ਉਹ ਸਿਰਫ ਆਪਣੇ ਸਿਰ ਦੇ ਉੱਤੇ ਭਾਰ ਹੀ ਚੜਾਉਣਾ ਹੈ। ਖਾਣਾ ਪੀਣਾ ਹੱਸਣਾ ਬਾਦ। ਸਰਦਾਰ ਜਸਪਾਲ ਸਿੰਘ ਜੀ, ਬਾਦ ਦਾ ਕੀ ਅਰਥ ਹੈ? ਸਰਦਾਰ ਕਿਰਪਾਲ ਸਿੰਘ ਜੀ, ਸਰਦਾਰ ਮਲਕੀਤ ਸਿੰਘ ਜੀ ਬੈਠੇ ਹੈ। ਵਿਅਰਥ ਠੀਕ ਹੈ। ਵਿਅਰਥ ਭਾਵ ਕਿ ਜਿਹਦਾ ਕੋਈ ਲਾਭ ਨਾ ਹੋਏ। ਆਖਣ ਲੱਗੇ ਉਦੋਂ ਤੱਕ ਮੇਰਾ ਖਾਣਾ ਪੀਣਾ ਅਤੇ ਮੇਰਾ ਹੱਸ ਹੱਸ ਕੇ ਸਮਾਂ ਗੁਜ਼ਾਰਨਾ ਇਹ ਸਭ ਵਿਅਰਥ ਹੈ ਜਿੰਨਾ ਚਿਰ ਮੇਰੇ ਅੰਦਰ ਕੁਝ ਨਹੀਂ ਹੈ। ਕਦੋਂ? ਜਬ ਲਗ ਹਿਰਦੈ ਨ ਆਵਹਿ ਯਾਦ। ਜਦੋਂ ਤੱਕ ਹੈ ਸਿਰਜਣਹਾਰ ਤੂੰ ਮੇਰੇ ਹਿਰਦੇ ਵਿੱਚ ਚੇਤੇ ਨਾ ਆਵੇਂ, ਤੇਰੀ ਯਾਦ ਮੇਰੇ ਅੰਦਰ ਟਿਕੇ ਨਾ, ਉਦੋਂ ਤੱਕ ਮੇਰਾ ਖਾਣਾ ਵੀ, ਪੀਣਾ ਵੀ, ਹੱਸਣਾ ਵੀ, ਸੌਣਾ ਵੀ ਤੇ ਇਹ ਗੱਲਾਂ ਕਰਨੀਆਂ ਜਿਹੜੀਆਂ ਬੇਫਜ਼ੂਲ ਨੇ, ਸਭ ਕੁਝ ਇਹ ਵਿਅਰਥ ਹੀ ਹੈ, ਇਹਨਾਂ ਦਾ ਕੋਈ ਅਰਥ ਨਹੀਂ ਹੈ। ਤੋ ਪਰਵਾਹ ਕੇਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ ਰਹਾਉ। ਮਨ ਕੀ ਮਤ ਮਤਾਗਲ ਮਤਾ, ਮਤਾ ਮਸਤ। ਜੋ ਕਿਛ ਬੋਲੀਐ ਸਭ ਖਤੋ ਖਤਾ, ਕਿਆ ਮੂੰਹ ਲੈ ਕੀਚੈ ਅਰਦਾਸ। ਪਾਪ ਪੁੰਨ ਦੋਇ ਸਾਖੀ ਪਾਸ, ਤੋ ਪ੍ਰਵਾਹ ਕੇਹੀ ਕਿਆ ਕੀਜੈ। ਆਖਣ ਲੱਗੇ ਤਾਂ ਕੋਈ ਪ੍ਰਵਾਹ ਨਹੀਂ ਰਹਿ ਜਾਂਦੀ, ਕਿਸੇ ਦੀ ਮੁਹਤਾਜੀ ਨਹੀਂ ਰਹਿ ਜਾਂਦੀ, ਕਿਸੇ ਦਾ ਜਿਹੜਾ ਹੈ ਇੰਜ ਕਹਿਦੀ ਕਿਸੇ ਦੀ ਪ੍ਰਵਾਹ ਰਹਿ ਹੀ ਨਹੀਂ ਜਾਂਦੀ। ਕਦੋਂ? ਜਨਮ ਜਨਮ ਕਿਛ ਲੀਜੀ ਲੀਜੈ। ਕਹਿੰਦੇ ਜੇ ਮਨੁੱਖਾ ਜਨਮ ਵਿੱਚ ਆ ਕੇ ਖੱਟਣ ਯੋਗ ਪਦਾਰਥ ਇਕੱਠਾ ਕਰੀਏ, ਕਿ ਜਿਹੜਾ ਪਦਾਰਥ ਲੈਣ ਅਸੀਂ ਆਏ ਹਾਂ, ਜਿਹੜਾ ਕਰਮ ਕਰਨ ਅਸੀਂ ਆਏ ਹਾਂ, ਜਿਹੜੀ ਮੰਜ਼ਿਲ ਅਸੀਂ ਪ੍ਰਾਪਤ ਕਰਨ ਆਏ, ਜੇ ਉਹ ਪ੍ਰਾਪਤ ਕਰ ਲਈਏ, ਉਹ ਰਤਨ ਪਦਾਰਥ ਲੱਭ ਲਈਏ, ਤਾਂ ਫਿਰ ਕਿਸੇ ਦੀ ਪ੍ਰਵਾਹ, ਕਿਸੇ ਦੀ ਮੁਤਾਜੀ ਕਰਨ ਦੀ ਕੋਈ ਜ਼ਰੂਰਤ ਰਹਿੰਦੀ ਨਹੀਂ ਹੈ। ਭਾਵ ਕਿਸੇ ਦੀ ਮੁਤਾਜੀ ਕਰਨ ਦੀ ਲੋੜ ਨਹੀਂ ਰਹਿੰਦੀ ਹੈ। ਰਹਾਉ ਮਨ ਕੀ ਮਤ ਮਤਾਗਲ ਮਤਾ। ਆਖਣ ਲੱਗੇ ਮਤਾਗਲ ਭਾਵ ਹਾਥੀ। ਕਹਿਣ ਲੱਗੇ ਅਸੀਂ ਖੱਟਣ ਯੋਗ ਜਦੋਂ ਪਦਾਰਥ ਨਹੀਂ ਖੱਟਦੇ ਜਾਂ ਕਿਸੇ ਨੇ ਨਹੀਂ ਖੱਟਿਆ, ਇਸੇ ਕਰਕੇ ਸਾਡੀ ਮਨ ਦੀ ਮੱਤ ਇਹ ਹੈ ਕਿ ਮਨ ਮਸਤ ਹਾਥੀ ਬਣਿਆ ਪਿਆ। ਕਿਉਂਕਿ ਜਦੋਂ ਹਾਥੀ ਮਸਤ ਹੋ ਜਾਂਦਾ ਫਿਰ ਉਹਨੂੰ ਕਾਬੂ ਕਰਨਾ ਔਖਾ ਹੋ ਜਾਂਦਾ, ਫਿਰ ਉਹ ਬਹੁਤ ਨੁਕਸਾਨ ਵੀ ਕਰਦਾ ਤੇ ਆਪਣੀ ਮਨ ਦੀ ਮਰਜ਼ੀ ਕਰਦਾ। ਇਸ ਕਰਕੇ ਕਹਿੰਦੇ ਕਿ ਜਿੰਨਾ ਚਿਰ ਇਹ ਮਾਲਕ ਜੀ ਅਸੀਂ ਜਿਹੜਾ ਕਰਮ ਕਰਨ ਆਏ ਹੈ ਉਹ ਕੀਤਾ ਹੀ ਨਹੀਂ ਜਾਂ ਕਰ ਹੀ ਨਹੀਂ ਰਹੇ, ਉਹਨਾਂ ਸਮਾਂ ਸਾਡਾ ਇਹ ਮਨ ਫਿਰ ਹਾਥੀ ਦੀ ਤਰ੍ਹਾਂ ਮਸਤਿਆ ਹੋਇਆ ਹੈ।
ਇਹ ਆਪਣੀ ਮਰਜ਼ੀ ਕਰਦਾ ਹੈ ਤੇ ਆਪਣੀ ਜੀਵਨ ਦਾ ਵੀ ਕੀ ਹੈ, ਇਹ ਕੀ ਹੈ, ਨੁਕਸਾਨ ਕਰ ਰਿਹਾ ਹੈ। ਜੋ ਕਿਛ ਬੋਲੀਐ ਸਭ ਖਤੋ ਖਤਾ, ਖਤੋ ਖਤਾ ਭਾਵ ਭੁੱਲ ਹੀ ਭੁੱਲ, ਭੁੱਲਾਂ ਹੀ ਭੁੱਲਾਂ ਕਰਨੀਆਂ। ਕਹਿਣ ਲੱਗੇ ਇਸ ਅਹੰਕਾਰੀ ਮਨ ਦੀ ਅਗਵਾਈ ਵਿੱਚ ਅਸੀਂ ਜੋ ਕੁਝ ਬੋਲਦੇ ਹਾਂ ਉਹ ਸਭ ਕੀ ਹੈ, ਭੁੱਲ ਹੀ ਭੁੱਲ ਹੈ। ਸਭ ਕੁਝ ਭੁੱਲਾਂ ਹੀ ਨੇ, ਕਿਉਂਕਿ ਅਸੀਂ ਸ਼ਬਦ ਵਿੱਚ ਜੁੜੇ ਨਹੀਂ। ਇਸ ਕਰਕੇ ਅਸੀਂ ਠੀਕ ਪਾਸੇ ਆਉਣ ਦੀ ਜਗ੍ਹਾ 'ਤੇ ਅਸੀਂ ਜਿਹੜਾ ਹੈ ਉਹ ਗਲਤ ਰਸਤੇ ਨੂੰ ਅਪਣਾਉਂਦੇ ਹਾਂ, ਗਲਤ ਹੀ ਬੋਲਦੇ ਹਾਂ। ਭਾਵੇਂ ਸਾਡੀ ਮੱਤ ਮੁਤਾਬਕ ਉਹ ਠੀਕ ਹੋ ਸਕਦਾ, ਕਿਉਂਕਿ ਜਿਹੜਾ ਮਨੁੱਖ ਝੂਠ ਵੀ ਬੋਲਦਾ ਹੈ ਨਾ, ਉਹ ਵੀ ਕਹਿੰਦਾ ਮੈਂ ਠੀਕ ਹੀ ਬੋਲਿਆ, ਮੈਂ ਗਲਤ ਨਹੀਂ ਬੋਲਿਆ, ਕਿਉਂਕਿ ਉਹਦੀ ਆਪਣੀ ਮੱਤ ਹੈ। ਇਸ ਕਰਕੇ ਜਿਹਦੀ ਜਿੰਨੀ ਮੱਤ ਹੈ, ਆਪਣੀ ਮੱਤ ਹੈ, ਉਹ ਉਹਦੇ ਰਾਹੀਂ ਹਮੇਸ਼ਾ ਆਪਣੀ ਮੱਤ ਨੂੰ ਠੀਕ ਕਰਨ ਲਈ ਹਰ ਤਰ੍ਹਾਂ ਦਾ ਕਾਰਜ ਕਰਦਾ ਹੈ। ਪਰ ਸਤਿਗੁਰੂ ਜੀ ਆਖਦੇ ਹੈ ਕਿ ਜੇ ਤੇਰੀ ਯਾਦ ਨਹੀਂ ਹੈ, ਜੇ ਮਨ ਸਾਡਾ ਹੰਕਾਰੀ ਹੋਇਆ ਪਿਆ, ਤੇ ਫਿਰ ਅਸੀਂ ਭੁੱਲ ਤੇ ਭੁੱਲ ਹੀ ਕਰਦੇ ਜਾ ਰਹੇ ਹਾਂ। ਕਿਆ ਮੋਹ ਲੈ ਕੀਚੈ ਅਰਦਾਸ, ਕਿ ਪ੍ਰਭੂ ਤੇਰੇ ਦਰ ਤੇ ਅਰਦਾਸ ਵੀ ਕਿਸ ਮੂੰਹ ਨਾਲ ਕਰੀਏ। ਕਿਹੜਾ ਮੂੰਹ ਲੈ ਕੇ ਤੇਰੇ ਦਰ ਤੇ ਅਰਦਾਸ ਕਰੀਏ। ਭਾਵ ਆਪਣੇ ਢੀਠ ਪੁਣੇ ਵਿੱਚ ਅਰਦਾਸ ਕਰਦਿਆਂ ਵੀ ਸ਼ਰਮ ਆਉਂਦੀ ਹੈ, ਕਿਉਂਕਿ ਪਾਪ ਪੁੰਨ ਦੋਏ ਸਾਖੀ ਪਾਸ। ਸਾਖੀ ਦਾ ਭਾਵ ਹਾਂਜੀ ਗਵਾਹੀ। ਆਖਣ ਲੱਗੇ ਸਾਡਾ ਭਲਾ ਤੇ ਸਾਡਾ ਬੁਰਾ, ਚੰਗਿਆਈਆਂ ਦਾ ਸੰਗ੍ਰਹਿ ਤੇ ਬੁਰਾਈਆਂ ਦਾ ਸੰਗ੍ਰਹਿ, ਕਿ ਚੰਗੇ ਤੇ ਮੰਦੇ ਕਰਮਾਂ ਦਾ ਜਿਹੜਾ ਇਕੱਠ ਅਸੀਂ ਕੀਤਾ ਹੋਇਆ ਹੈ, ਇਹ ਦੋਵੇਂ ਸਾਡੀਆਂ ਕਰਤੂਤਾਂ ਦੇ ਗਵਾਹ ਫਿਰ ਕੀ ਹੈ, ਮੌਜੂਦ ਰਹਿੰਦੇ ਹੈ। ਇਸ ਕਰਕੇ ਅਸੀਂ ਮਾੜੇ ਕਰਮੀ ਹੋ ਕੇ ਕਿਹੜੇ ਮੂੰਹ ਨਾਲ, ਕਿ ਅਸੀਂ ਤੇਰੇ ਭਾਣੇ 'ਚ ਚੱਲਦੇ ਹੀ ਨਹੀਂ, ਅਸੀਂ ਤੇਰੀ ਰਜ਼ਾ 'ਚ ਹੀ ਨਹੀਂ ਚੱਲਦੇ, ਫਿਰ ਅਸੀਂ ਇੰਨੇ ਢੀਠ ਬਸ਼ਰਮ ਹੋ ਕੇ ਕਿਹੜਾ ਮੂੰਹ ਲੈ ਕੇ ਤੇਰੇ ਦਰ ਤੇ ਅਰਦਾਸ ਕਰੀਏ, ਕਿਉਂਕਿ ਅਸੀਂ ਭੈੜੇ ਕੰਮ, ਮਾੜੇ ਕੰਮ ਅਸੀਂ ਛੱਡਦੇ ਨਹੀਂ ਹਾਂ। ਜੈਸਾ ਤੂੰ ਕਰਹਿ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। ਜਿਹੇ ਤੂੰ ਮਤ ਦੇਹ ਤੇਹੀ ਕੋ ਪਾਵੈ, ਤੁਧ ਆਪੇ ਭਾਵੈ ਤਿਵੇਂ ਚਲਾਵੈ। ਜੈਸਾ ਤੂੰ ਕਰਹਿ ਤੈਸਾ ਕੋ ਹੋਏ। ਆਖਣ ਲੱਗੇ ਸਾਡੇ ਵੱਸ ਵਿੱਚ ਕੁਝ ਨਹੀਂ, ਸਾਡੇ ਕੋਲ ਇੰਨੀ ਤਾਕਤ ਨਹੀਂ ਕਿ ਅਸੀਂ ਆਪਣੀ ਮਰਜ਼ੀ ਕਰ ਸਕੀਏ, ਅਸੀਂ ਤੇਰੇ ਹੁਕਮ ਨੂੰ ਬਦਲ ਸਕੀਏ। ਇਸ ਕਰਕੇ ਜੋ ਤੂੰ ਆਪ ਜੀਵ ਹੀ ਜੀਵ ਨੂੰ ਜਿਹੋ ਜਿਹਾ ਬਣਾਉਂਦਾ, ਜਿਹੋ ਜੀ ਉਹਦੀ ਸੁਰਤ ਘੜਦਾ, ਜਿਹੋ ਜਿਹਾ ਜਿਹੜਾ ਉਹਦਾ ਜੀਵਨ ਬਣਾਉਣਾ ਹੈ, ਉਹੋ ਜਿਹਾ ਹੀ ਉਹ ਬਣ ਜਾਂਦਾ ਹੈ। ਭਾਵ ਕਿ ਸੰਸਾਰ ਵਿੱਚ ਆ ਕੇ ਜਿਹੋ ਜੇ ਉਹ ਤੇਰੀ ਰਜ਼ਾ ਦੇ ਅਨੁਸਾਰ ਕਰਮ ਕਰਦਾ, ਕਿਉਂਕਿ ਤੇਰੀ ਰਜ਼ਾ ਇੱਕ ਪਾਸੇ ਮਾਲਕ ਨਾਲ ਜੁੜਨਾ ਹੈ, ਦੂਜੇ ਪਾਸੇ ਮਾਇਆ ਹੈ। ਇਹ ਮਾਲਕ ਦੇ ਦੋਵੇਂ ਬਣਾਏ ਨੇ। ਇਸ ਕਰਕੇ ਜਿਹੜਾ ਮਾਇਆ ਨਾਲ ਜੁੜਦਾ ਹੈ ਉਹ ਮੰਦੇ ਕਰਮਾਂ 'ਚ ਪੈ ਜਾਂਦਾ, ਜਿਹੜਾ ਤੇਰੇ ਨਾਮ ਨਾਲ ਜੁੜਦਾ ਉਹ ਚੰਗੇ ਤੇਰੇ ਭਾਵ ਪ੍ਰਵਾਨ ਹੋ ਜਾਂਦਾ ਹੈ। ਭਾਵ ਆਪਣਾ ਜੀਵ ਦਾ ਕੋਈ ਜ਼ੋਰ ਨਹੀਂ ਹੈ। ਤੁਝ ਬਿਨ ਦੂਜਾ ਨਾ ਹੀ ਕੋਈ, ਤੈਥੋਂ ਬਿਨਾਂ ਕੋਈ ਹੋਰ ਹੈ ਹੀ ਕੋਈ ਨਹੀਂ ਹੈ ਜੋ ਸਾਨੂੰ ਅਕਲ ਦੇ ਸਕੇ, ਸਾਨੂੰ ਸਮਝਾ ਸਕੇ। ਜਿਹੀ ਤੂੰ ਮਤ ਦੇਹ ਤੇਹੀ ਕੋ ਪਾਵੈ। ਕਹਿੰਦੀ ਜਿਹੋ ਜਿਹੀ ਤੂੰ ਅਕਲ ਬਖਸ਼ਦਾ ਹੈ, ਮਤ ਦਿੰਦਾ ਹੈ, ਉਹ ਅਕਲ ਜੀਵ ਗ੍ਰਹਿਣ ਕਰ ਲੈਂਦਾ ਹੈ। ਤੁਧ ਆਪੇ ਭਾਵੈ ਤਿਵੇਂ ਚਲਾਵੈ। ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੂੰ ਉਸੇ ਤਰ੍ਹਾਂ ਜਗਤ ਦੀ ਇਸ ਕਾਰ ਨੂੰ, ਇਸ ਜਿਹੜੀ ਹੈ ਸੇਵਾ ਸੰਭਾਲ ਨੂੰ ਚਲਾ ਰਿਹਾ ਹੈ। ਰਾਗ ਰਤਨ ਭਰੀਆਂ ਪਰਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ। ਨਾਨਕ ਕਰਤੇ ਕਾ ਇਹ ਧਨ ਮਾਲ, ਜੇ ਕੋ ਬੂਝੈ ਇਹ ਵਿਚਾਰ। ਰਾਗ ਰਤਨ ਪਰੀਆਂ ਪਰਿਵਾਰ। ਆਖਣ ਲੱਗੇ ਪਰੀਆਂ ਭਾਵ ਰਾਗਾਂ ਦੀਆਂ ਪਰੀਆਂ, ਰਾਗਣੀਆਂ। ਰਾਗ ਰਤਨ ਭਾਵ ਬਹੁਤ ਸੋਹਣੇ ਰਾਗ।
ਆਖਣ ਲੱਗੇ ਸ੍ਰੇਸ਼ਟ ਵਧੀਆ ਰਾਗ ਅਤੇ ਉਹਨਾਂ ਦੀਆਂ ਰਾਗਣੀਆਂ ਆਦਿਕ, ਇਹ ਸਾਰੀਆਂ ਭਾਵ ਆਦਿਕ ਇਹਨਾਂ ਦਾ ਸਾਰਾ ਪਰਿਵਾਰ ਰਾਗ ਅਤੇ ਰਾਗਣੀਆਂ ਵਧੀਆ ਵਧੀਆ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ। ਆਖਣ ਲੱਗੇ ਜੇ ਇਸ ਰਾਗ ਪਰਿਵਾਰ ਵਿੱਚ ਸ੍ਰੇਸ਼ਟ ਨਾਮ ਰਸ ਵੀ ਜੰਮ ਪਏ, ਕਿ ਜੇ ਇਹਨਾਂ ਰਾਗਾਂ ਦੇ ਰਾਹੀਂ ਰਾਗਣੀਆਂ ਦੇ ਰਾਹੀਂ ਮਾਲਕ ਦੇ ਨਾਮ ਨੂੰ ਗਾਇਆ ਜਾਏ, ਇਹਦੇ ਵਿੱਚ ਉਹ ਪ੍ਰਗਟ ਹੋ ਜਾਏ, ਰੱਬ ਦਾ ਨਾਮ ਚੱਲ ਪਏ, ਤਾਂ ਇਸ ਮੇਲ ਵਿੱਚੋਂ ਅਚਰਜ ਆਤਮਿਕ ਆਨੰਦ ਪੈਦਾ ਹੁੰਦਾ। ਭਾਵ ਅੰਮ੍ਰਿਤ ਸਾਰ ਕੀ ਹੈ? ਇੱਕ ਸ੍ਰੇਸ਼ਟ ਅੰਮ੍ਰਿਤ ਪੈਦਾ ਹੁੰਦਾ ਹੈ। ਨਾਨਕ ਕਰਤੇ ਕਾ ਇਹ ਧਨ ਮਾਲ ਹੈ। ਨਾਨਕ ਇਹ ਆਤਮਿਕ ਆਨੰਦ ਹੀ ਕਰਤਾਰ ਤੱਕ, ਮਾਲਕ ਤੱਕ ਜਿਹੜਾ ਉਹ ਪਹੁੰਚਾਉਣ ਵਾਲਾ ਧਨ ਹੈ, ਮਾਲ ਹੈ। ਜੇ ਕੋ ਬੂਝੈ ਇਹ ਵਿਚਾਰ, ਜੇ ਕਿਸੇ ਸੁਭਾਗੇ ਮਨੁੱਖ ਨੂੰ ਇਹ ਸਮਝ ਪੈ ਜਾਏ, ਜੇ ਇਹ ਪਤਾ ਲੱਗ ਜਾਏ ਕਿ ਉਹ ਫਿਰ ਕੀ ਹੈ, ਤਾਂ ਉਹ ਇਸ ਆਤਮਿਕ ਆਨੰਦ ਨੂੰ ਮਾਣੇ। ਜਿਹਨੂੰ ਪਤਾ ਲੱਗ ਜਾਏ ਉਹ ਮਾਣਦਾ। ਹੁਣ ਵੇਖੋ, ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਵੀ ਇਹ ਸਾਫ਼ ਸਪਸ਼ਟ ਤੌਰ 'ਤੇ ਲਿਖ ਦਿੱਤਾ ਹੈ। ਬਾਣੀ ਹੈ ਜਿਹੜੀ ਉਹ ਲਿਖੀ ਵੀ ਰਾਗਾਂ ਦੇ ਵਿੱਚ ਹੈ। ਸਾਰੇ ਸ੍ਰੇਸ਼ਟ ਰਾਗ 31 ਰਾਗ ਲਿਖੇ ਆ। ਹੋਰ ਵੀ ਉਹਨਾਂ ਦੇ ਕਈ ਰੂਪ ਨੇ, ਜਿਵੇਂ ਆਪਾਂ ਪਿੱਛੇ ਗੌੜੀ ਰਾਗ ਦੇ ਵਿੱਚ ਗੌੜੀ ਚੇਤੀ ਹੈ, ਪੂਰਬੀ ਹੈ, ਬਰਾਗਨ ਹੈ ਇਤਿਆਦਿਕ, ਇਹ ਸਾਰੀਆਂ ਲਿਖੀਆਂ ਨੇ। ਸਾਰੀ ਬਾਣੀ ਰਾਗਾਂ ਦੇ ਵਿੱਚ ਦਰਜ ਕੀਤੀ ਸਤਿਗੁਰੂ ਜੀ ਨੇ। ਇਸ ਕਰਕੇ ਜਦੋਂ ਉਸ ਰਾਗ ਨੂੰ ਬਹੁਤ ਚੰਗੀ ਤਰ੍ਹਾਂ ਇਸ ਪਾਵਨ ਬਾਣੀ ਨੂੰ ਰਾਗ ਦੇ ਰਾਹੀਂ ਗਾਇਆ ਜਾਏ, ਫਿਰ ਕਹਿ ਰਹੇ ਹੈ ਕੀ ਹੈ? ਤਿਸ ਵਿੱਚ ਉਪਜੈ ਅੰਮ੍ਰਿਤ ਸਾਰ। ਉਹਦੇ ਵਿੱਚੋਂ ਸ੍ਰੇਸ਼ਟ ਅੰਮ੍ਰਿਤ ਉਪਜਦਾ ਹੈ। ਭਾਵ ਉਹਦੇ ਵਿੱਚੋਂ ਅਸਲ ਆਤਮਿਕ ਆਨੰਦ ਬਣਦਾ ਹੈ। ਪਰ ਅੱਜ ਅਜਿਹਾ ਨਹੀਂ ਹੈ ਸਾਡੇ ਸੰਸਾਰ ਵਿੱਚ, ਜਾਂ ਕਹਿ ਦਈਏ ਸਿੱਖ ਸਮਾਜ ਦੇ ਵਿੱਚ। ਕਿਸੇ ਇੱਕ ਥਾਂ ਤੇ ਨਹੀਂ, ਪੂਰੇ ਥਾਵਾਂ ਤੇ ਸਭ ਪਾਸੇ ਰਾਗ ਨੂੰ ਛੱਡ ਕੇ ਹੋਰ ਟਿਊਨਾਂ ਆਦਿਕ ਤੇ ਕੀਰਤਨ ਕੀਤਾ ਜਾ ਰਿਹਾ ਹੈ। ਰਾਗਾਂ ਨੂੰ ਪਿੱਛੇ ਭੁਲਾ ਹੀ ਦਿੱਤਾ ਹੈ ਕਿ ਜਿਹੜੀ ਬਾਣੀ ਦਾ ਅਸਲ ਰੂਪ ਹੈ ਉਹਨੂੰ ਤਿਆਗ ਹੀ ਦਿੱਤਾ ਹੈ। ਇੱਥੋਂ ਤੱਕ ਕਿਸੇ ਇੱਕ ਦੀ ਗੱਲ ਨਹੀਂ, ਦਰਬਾਰ ਸਾਹਿਬ ਦੇ ਰਾਗੀ ਵੀ ਉੱਥੇ ਰਾਗ ਦੇ ਵਿੱਚ ਕੀਰਤਨ ਕਰਦੇ ਆ, ਜਦੋਂ ਬਾਹਰ ਜਾਂਦੇ ਕਿਤੇ ਉੱਥੋਂ ਹੋਰ ਤਰੀਕੇ ਦੇ ਨਾਲ, ਉਦੋਂ ਟਿਊਨਾਂ ਫੜ ਲਈਆਂ ਜਾਂਦੀਆਂ ਕਈ ਕੁਝ। ਕਹਿਣ ਦਾ ਭਾਵ ਹੈ ਹਰ ਤਰੀਕੇ ਦੇ ਨਾਲ ਗਾਣਿਆਂ ਦੀਆਂ ਟਿਊਨਾਂ, ਹੋਰ ਪੁਰਾਣੇ ਕੋਈ ਹਿੰਦੀ ਗਾਣੇ, ਕੋਈ ਫਿਲਮੀ ਗਾਣੇ, ਕੋਈ ਪੰਜਾਬੀ ਗਾਣੇ, ਹਰ ਤਰੀਕੇ ਦੇ ਨਾਲ ਟਿਊਨਾਂ ਦੇ ਉੱਤੇ ਜਿਹੜਾ ਸ਼ਬਦ ਗਾਇਆ ਜਾ ਰਿਹਾ। ਕਹਿਣ ਦਾ ਭਾਵ ਕਿ ਸਿਰਫ ਤੇ ਸਿਰਫ ਚੇਟਕ ਕਾਹਦੀ ਲਾ ਦਿੱਤੀ ਹੈ? ਟਿਊਨਾਂ ਦੀ ਚੇਟਕ ਲਾ ਦਿੱਤੀ ਕਿ ਟਿਊਨ ਬਹੁਤ ਸੋਹਣੀ ਵੱਜਦੀ ਹੈ, ਇਹਦੇ ਉੱਤੇ ਗਾਓ ਤੇ ਸੋਹਣਾ ਵੀ ਲੱਗੇਗਾ। ਜਿਵੇਂ ਦਾ ਗਾਣਾ ਸੁਣ ਲਿਆ ਉਵੇਂ ਬਾਣੀ ਸੁਣ ਲਈ। ਇਹਦੇ ਵਿੱਚੋਂ ਸ੍ਰੇਸ਼ਟ ਅੰਮ੍ਰਿਤ ਨਹੀਂ ਉਪਜਦਾ। ਇਹੀ ਕਿਤੇ ਨਾ ਕਿਤੇ ਕਾਰਨ ਹੈ। ਸਾਨੂੰ ਸ਼ਬਦ ਯਾਦ ਨਹੀਂ ਰਹਿੰਦਾ। ਸਾਨੂੰ ਇੰਨਾ ਯਾਦ ਰਹਿੰਦਾ ਕਿ ਫਲਾਣੇ ਰਾਗੀ ਨੇ ਸ਼ਬਦ ਬਹੁਤ ਸੋਹਣਾ ਪੜ੍ਹਿਆ ਸੀ, ਪੜ੍ਹਿਆ ਕਿਹੜਾ ਸੀ ਇਹ ਨਹੀਂ ਪਤਾ, ਕਿਉਂਕਿ ਉਹਦਾ ਅਸਲ ਰੂਪ ਕੀ ਹੈ? ਰਾਗ ਦੇ ਵਿੱਚ ਗਾਉਣ ਦਾ ਜਿਹੜਾ ਤਰੀਕਾ ਹੈ ਉਹ ਨਹੀਂ ਲਿਆ ਗਿਆ। ਅਸੀਂ ਰਾਗ ਨੂੰ ਕੀ ਹੈ? ਤਜਾਂਜਲੀ ਦੇ ਦਿੱਤੀ, ਛੱਡ ਦਿੱਤਾ ਕਿ ਰਾਗਾਂ ਦੇ ਵਿੱਚ ਨਹੀਂ। ਪੁਰਾਣੇ ਸਮੇਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਵੀ ਰਾਗਾਂ 'ਚ ਕੀਰਤਨ ਕੀਤਾ ਹੈ। ਬਾਅਦ 'ਚ ਵੀ ਰਾਗੀ ਸਹਿਬਾਨ ਜਿਹੜੇ ਹੈ ਉਹ ਗੁਰੂ ਘਰ ਦੇ ਵਿੱਚ ਰਾਗਾਂ ਦੇ ਵਿੱਚ ਕੀਰਤਨ ਕਰਦੇ ਰਹੇ ਹੈ। ਆ ਪਿਛਲੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਗੱਲ ਹੈ, ਇਹ ਸਮਾਂ ਇੱਕ ਵਾਰ ਬਦਲ ਹੀ ਗਿਆ। ਰਹਿਮਤ ਕਰਨ ਕਿ ਸਾਨੂੰ ਸਮਤ ਆ ਜਾਏ। ਜਿਉਂ ਬਾਣੀ ਦਾ ਰਾਗ ਹੈ, ਜੇ ਉਹਨੂੰ ਉਸੇ ਦੇ ਵਿੱਚ ਗਾਇਆ ਜਾਏ, ਉਸੇ ਦੇ ਸਮੇਂ ਅਨੁਸਾਰ, ਫਿਰ ਜੋ ਆਨੰਦ ਹੈ ਉਹ ਆਨੰਦ ਕੁਝ ਵੱਖਰਾ ਹੀ ਹੈ। ਰਹਿਮਤ ਕਰਨ ਸਤਿਗੁਰੂ ਜੀ। ਆਸਾ ਮਹਿਲਾ ਪਹਿਲਾ। ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆਂ ਕਾਜ ਰਚਾਇਆ। ਖੇਲ ਦੇਖ ਮਨ ਆਨੰਦ ਭਇਆ, ਸ਼ਹਿ ਵਿਆਹਣ ਆਇਆ। ਹੁਣ ਸਤਿਗੁਰੂ ਪਾਤਸ਼ਾਹ ਜੀ ਇੱਥੇ ਰਹਿਮਤ ਕਰਦੇ ਨੇ, ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆਂ ਕਾਜ ਰਚਾਇਆ।
ਕਿ ਜਦੋਂ ਮੇਰਾ ਖਸਮ ਮਾਲਕ ਪ੍ਰਭੂ ਮੈਨੂੰ ਜੀਵ ਇਸਤਰੀ ਨੂੰ ਅਪਣਾ ਕੇ ਮੇਰੇ ਹਿਰਦੇ ਘਰ ਵਿੱਚ, ਮੇਰੇ ਹਿਰਦੇ ਘਰ ਨੂੰ ਆਪਣੇ ਰਹਿਣ ਦਾ ਘਰ ਬਣਾ ਕੇ, ਭਾਵ ਕਿ ਮੈਂ ਜੀਵ ਇਸਤਰੀ ਹਾਂ, ਮੈਨੂੰ ਅਪਣਾ ਕੇ ਮੇਰੇ ਤੇ ਤਰੁੱਠ ਕਰਕੇ ਜਦੋਂ ਮੇਰਾ ਉਹ ਖਸਮ ਬਣ ਜਾਂਦਾ ਤੇ ਮੇਰੇ ਹਿਰਦੇ ਵਿੱਚ ਫਿਰ ਕੀ ਹੈ, ਉਹ ਪ੍ਰਗਟ ਹੁੰਦਾ ਹੈ। ਮੇਰੇ ਹਿਰਦੇ ਦੇ ਵਿੱਚ ਜਦੋਂ ਫਿਰ ਆ ਉਹ ਟਿਕਦਾ ਹੈ ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ, ਕਿਹੜੀਆਂ ਕਿਹੜੀਆਂ ਸਹੇਲੀਆਂ, ਇਹ ਜੀਭ, ਅੱਖਾਂ, ਕੰਨਾਂ ਆਦਿਕ ਰਲ ਕੇ, ਇਹ ਸਾਰੇ ਮੇਰੇ ਸਖੇ ਨੇ, ਮੇਰੀਆਂ ਸਹੇਲੀਆਂ ਨੇ ਰਲ ਕੇ ਮਾਲਕ ਨਾਲ ਹੋਏ ਇਸ ਮੇਲ ਦਾ ਕੀ ਹੈ, ਇਸ ਗੀਤ ਦੇ ਗਾਣੇ, ਭਾਵ ਗੀਤ ਗਾਣੇ ਸੁਣਨੇ ਸ਼ੁਰੂ ਕਰ ਦਿੱਤੇ ਹੈ। ਭਾਵ ਉਹਦੀ ਸਿਫਤ ਸਲਾਹ ਦੀ ਵਡਿਆਈ ਕਰਨੀ ਕੀ ਹੈ, ਅੱਖਾਂ ਨੇ ਵੀ, ਜੀਭ ਨੇ ਵੀ, ਕੰਨਾਂ ਨੇ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜੀਭ ਵੀ ਹੁਣ ਉਸੇ ਮਾਲਕ ਦੇ ਗੁਣ ਗਾਉਂਦੀ ਹੈ, ਉਸ ਖਸਮ ਦੇ ਗੁਣ ਗਾਉਂਦੀ ਹੈ, ਕੰਨ ਵੀ ਉਹੀ ਸੁਣਦੇ ਨੇ ਤੇ ਅੱਖਾਂ ਵੀ ਉਹਦੀ ਵਡਿਆਈ ਹੀ ਦੇਖਦੀਆਂ ਨੇ, ਹਰ ਪਾਸੇ ਉਹਦਾ ਰੂਪ ਦੇਖਦੀਆਂ ਨੇ। ਹੁਣ ਇਹ ਦੁਨਿਆਵੀ ਤੌਰ ਤੇ ਇਸਤਰੀ ਦੇ ਲਈ ਸ਼ਬਦ ਹੈ। ਕਹਿਣ ਦਾ ਭਾਵ ਕਿ ਇਸਤਰੀ ਦੇ ਨਾਲ ਜਦੋਂ ਮਿਲਾਪ ਹੁੰਦਾ ਉਦੋਂ ਬਹੁਤ ਸਾਰਾ ਜਿਹੜਾ ਹੈ ਉਹ ਘੋੜੀਆਂ ਆਦਿਕ ਗਾਏ ਜਾਂਦੇ, ਗੀਤ ਗਾਏ ਜਾਂਦੇ ਹੈ ਸਖੀਆਂ ਦੇ ਵੱਲੋਂ, ਪਰਿਵਾਰ ਵੱਲੋਂ ਰਲ ਮਿਲ ਕਰਕੇ ਇਕੱਠੇ ਹੋ ਕੇ, ਬਿਲਕੁਲ ਇਸੇ ਤਰ੍ਹਾਂ ਕਿ ਅਸੀਂ ਸਾਰੀਆਂ ਉਹਦੀਆਂ ਜੀਵ ਇਸਤਰੀਆਂ। ਇਸ ਕਰਕੇ ਜਦੋਂ ਮਾਲਕ ਮਿਲਦਾ ਹੈ, ਮਿਲਾਪ ਹੁੰਦਾ ਹੈ, ਫਿਰ ਸਾਡੀਆਂ ਸਖੀਆਂ ਜੀਵ ਇਸਤਰੀ ਦੀਆਂ ਅੱਖਾਂ, ਕੰਨ ਅਤੇ ਜੀਭ, ਇਹ ਸਾਰੇ ਫਿਰ ਉਹਦੇ ਗੁਣ ਗਾਉਂਦੇ ਨੇ ਤੇ ਸੁਣਦੇ ਨੇ। ਖੇਲ ਦੇਖ ਮਨ ਆਨੰਦ ਭਇਆ, ਸ਼ੈ ਵਿਆਹਣ ਆਇਆ ਆਖਣ ਲੱਗੇ। ਖੇਲ ਭਾਵੇਂ ਜਿਹੜਾ ਮੇਲ ਦਾ, ਮਾਲਕ ਖਸਮ ਪ੍ਰਭੂ ਨਾਲ ਜੀਵ ਦਾ, ਜਿੰਦ ਦਾ ਮੇਲ ਹੋਇਆ, ਭਾਵੇਂ ਵਿਆਹ ਦਾ ਜਿਹੜਾ ਖੇਲ ਹੈ, ਜਦੋਂ ਮੇਲ ਹੋ ਗਿਆ, ਆਖਣ ਲੱਗੇ ਕਿ ਮੇਰਾ ਖਸਮ ਪ੍ਰਭੂ ਮੈਨੂੰ ਵਿਆਹਣ ਆਇਆ ਹੈ, ਮੈਨੂੰ ਆਪਣੇ ਚਰਨਾਂ ਵਿੱਚ ਜੋੜਨ ਆਇਆ ਹੈ। ਮਾਲਕ ਨਾਲ ਮਿਲਾਪ ਲਈ ਇਹ ਉਦਮ ਵੇਖ ਕੇ ਮੇਰੇ ਮਨ ਵਿੱਚ ਬੜੀ ਖੁਸ਼ੀ, ਬੜਾ ਆਨੰਦ, ਸੁੱਖ ਪੈਦਾ ਹੋ ਗਿਆ, ਕਿਉਂਕਿ ਮਾਲਕ ਮੈਨੂੰ ਵਿਆਹੁਣ ਆਇਆ। ਵਿਆਹੁਣਾ ਭਾਵ ਮੈਨੂੰ ਇਸ ਇੱਕ ਥਾਂ ਤੋਂ, ਜਿਹੜੀ ਮਾਇਆ ਦੇ ਵਿੱਚ, ਸੰਸਾਰ ਦੇ ਵਿੱਚ ਮੈਂ ਟਿਕਿਆ ਹੋਇਆ ਸੀ, ਮੇਰੀ ਜਿੰਦ ਟਿਕੀ ਹੋਈ ਸੀ, ਉੱਥੋਂ ਆਪਣੇ ਚਰਨਾਂ ਵਿੱਚ ਲਿਜਾਣ ਲਈ ਆਇਆ ਹੈ। ਗਾਵਹੁ ਗਾਵਹੁ ਕਾਮਣੀ ਵਿਵੇਕ ਵਿਚਾਰ, ਹਮਰੇ ਕਰ ਆਇਆ ਜਗ ਜੀਵਨ ਪਤਾਰ। ਰਹਾਉ ਰਹਾਉ ਦੇ ਬੰਦ ਵਿੱਚ ਰਹਿਮਤ ਕਰ ਰਹੇ ਨੇ। ਗਾਵਹੁ ਗਾਵੋ ਕਾਮਣੀ ਵਿਵੇਕ ਵਿਚਾਰ, ਕਿ ਹੇ ਇਸਤਰੀਓ, ਹੇ ਮੇਰੇ ਗਿਆਨ ਇੰਦਰਿਓ, ਹੇ ਮੇਰੀਆਂ ਸਖੀਓ, ਚੰਗੇ ਮੰਦੇ ਦੀ ਪਰਖ ਦੀ ਵਿਚਾਰ ਪੈਦਾ ਕਰਨ ਵਾਲਾ ਗੀਤ ਮੁੜ ਮੁੜ ਗਾਓ। ਭਾਵ ਜਿਹਦੇ ਵਿੱਚ ਚੰਗੇ ਤੇ ਮੰਦੇ ਦੀ ਪਰਖ ਹੈ, ਉਹ ਸ਼ਬਦ ਗਾਓ, ਉਹ ਸਿਫਤ ਸਲਾਹ ਕਰੋ। ਹੇ ਮੇਰੀ ਜੀਭ, ਸਿਫਤ ਸਲਾਹ ਵਿੱਚ ਜੁੜੋ। ਅੱਖਾਂ ਨੂੰ, ਕੰਨਾਂ ਨੂੰ, ਨੱਕ ਨੂੰ, ਜਿਹੜਾ ਇਹ ਕੀ ਸਖੀਆਂ ਨੇ, ਸਹੇਲੀਆਂ ਨੇ ਇਸ ਜਿੰਦੀਆਂ, ਕਿ ਸਿਫਤ ਸਲਾਹ ਵਿੱਚ ਜੋੜ, ਤਾਂ ਕਿ ਤੈਨੂੰ ਨਿੰਦਾ ਵੱਲੋਂ ਹਟਣ ਦੀ ਸੋਝੀ ਆ ਜਾਏ, ਵਿਵੇਕਤਾ ਆ ਜਾਏ ਕਿ ਨਿੰਦਾ ਕਰਨੀ ਹੈ ਕਿ ਚੰਗੇ ਕਰਮ, ਭਾਵ ਚੰਗਾ ਬੋਲਣਾ। ਇਸ ਕਰਕੇ ਇਹ ਤੈਨੂੰ ਪਰਖ ਆ ਜਾਏ। ਹੇ ਮੇਰੇ ਕੰਨੋਂ, ਸਿਫਤ ਸਲਾਹ ਦੇ ਗੀਤ ਸੁਣਦੇ ਰਹੋ, ਵਡਿਆਈਆਂ ਸੁਣਦੇ ਰਹੋ, ਤਾਂ ਜੋ ਨਿੰਦਾ ਸੁਣਨ ਦੀ ਤੇਰੀ ਆਦਤ ਹੈ ਜਿਹੜੀ ਉਹ ਹਟ ਜਾਏ, ਇਹ ਵਿਵੇਕਤਾ ਤੇਰੇ ਵਿੱਚ ਆ ਜਾਏ। ਹਮਰੇ ਘਰ ਆਇਆ ਜਗ ਜੀਵਨ ਪਤਾਰ। ਪਤਾਰ ਤੋਂ ਭਾਵ ਖਸਮ ਪਤੀ ਪ੍ਰਭੂ। ਆਖਣ ਲੱਗੇ ਸਾਡੇ ਘਰ ਵਿੱਚ, ਭਾਵ ਮੇਰੇ ਹਿਰਦੇ ਘਰ ਵਿੱਚ ਉਹ ਖਸਮ ਪ੍ਰਭੂ ਆ ਵਸਿਆ ਹੈ, ਆ ਟਿਕਿਆ ਹੈ, ਜੋ ਸਾਰੇ ਜਗਤ ਦੀ ਜ਼ਿੰਦਗੀ ਦਾ, ਜਿੰਦ ਦਾ ਆਸਰਾ ਹੈ, ਜਗਤ ਜੀਵਨ ਹੈ, ਸਹਾਰਾ ਹੈ। ਰਹਾਉ ਗੁਰੂ ਦੁਆਰੈ ਹਮਰਾ ਵਿਆਹ ਹੋ ਜੇ ਹੋਆ, ਜਾਂ ਸ਼ੈ ਮਿਲਿਆ ਤਾਂ ਜਾਣਿਆ। ਤੇ ਲੋਕਾਂ ਮਹਿ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ।
गुरु द्वारै हमरा वियाह जे होआ, ਜਾਂ ਸ਼ੈ ਮਿਲਿਆ ਤਾਂ ਜਾਣਿਆ। ਗੁਰੂ ਦੁਆਰੇ ਭਾਵ ਗੁਰੂ ਦੇ ਦਰ 'ਤੇ ਗੁਰੂ ਦੀ ਸ਼ਰਨ ਪਿਆ, ਗੁਰੂ ਨੂੰ ਆਪਣਾ ਸਭ ਕੁਝ ਅਰਪਣ ਕੀਤਿਆਂ ਕਿ ਗੁਰੂ ਦੀ ਸ਼ਰਨ ਪਿਆ ਸਾਡਾ ਇਹ ਵਿਆਹ ਹੋਇਆ ਹੈ। ਕਿਹੜਾ ਵਿਆਹ? ਭਾਵ ਗੁਰੂ ਨੇ ਮੈਨੂੰ ਮਾਲਕ ਪ੍ਰਭੂ ਪਤੀ ਦੇ ਨਾਲ ਕੀ ਹੈ? ਜੋੜਿਆ ਹੈ, ਮੇਲ ਕਰਾ ਦਿੱਤਾ ਹੈ। ਜਦੋਂ ਮੈਨੂੰ ਖਸਮ ਮਿਲ ਪਿਆ ਜਾਂ ਸ਼ੈ ਮਿਲਿਆ, ਜਦੋਂ ਮੈਨੂੰ ਮਿਲ ਪਿਆ ਹੈ ਖਸਮ ਪ੍ਰਭੂ ਤਾਂ ਜਾਣਿਆ, ਉਦੋਂ ਮੈਨੂੰ ਸਮਝ ਪੈ ਗਈ ਹੈ। ਤੇ ਲੋਕਾਂ ਮਹਿ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਕਹਿੰਦੇ ਤੇ ਲੋਕਾਂ ਭਾਵ ਤਿੰਨਾਂ ਹੀ ਲੋਕਾਂ ਵਿੱਚ ਕਿ ਉਹ ਪ੍ਰਭੂ ਜੀਵਨ ਰੌਂ ਬਣ ਕੇ ਸਾਰੇ ਜਗਤ ਵਿੱਚ ਤਿੰਨਾਂ ਹੀ ਲੋਕਾਂ ਵਿੱਚ ਜਿਹੜਾ ਹੈ ਵਿਆਪਕ ਹੋ ਰਿਹਾ ਹੈ। ਮੇਰੇ ਅੰਦਰੋਂ ਫਿਰ ਜਦੋਂ ਆਪਾ ਭਾਵ ਦੂਰ ਹੋ ਗਿਆ, ਮੇਰਾ ਮਨ ਉਸ ਮਾਲਕ ਪਤੀ ਦੀ ਯਾਦ ਵਿੱਚ ਫਿਰ ਕੀ ਹੈ? ਜੁੜ ਗਿਆ ਹੈ, ਲੱਗ ਗਿਆ ਹੈ, ਗਿੱਝ ਗਿਆ ਹੈ। ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਆਖਣ ਲੱਗੇ ਕਾਰਜ ਭਾਵ ਇਹ ਮਾਲਕ ਨਾਲ ਮੇਲ ਦਾ ਕਾਰਜ, ਵਿਆਹ ਦਾ ਜਿਹੜਾ ਕਾਰਜ ਹੈ। ਆਖਣ ਲੱਗੇ ਪ੍ਰਭੂ ਪਤੀ ਜੀਵ ਇਸਤਰੀ ਨੂੰ ਆਪਣੇ ਨਾਲ ਮਿਲਾਉਣ ਦਾ ਇਹ ਕੰਮ ਆਪਣਾ ਹੀ ਸਮਝਦਾ ਹੈ, ਇਹ ਉਹਦਾ ਆਪਣਾ ਹੀ ਕਾਰਜ ਹੈ। ਤੇ ਆਪ ਹੀ ਇਸ ਕਾਰਜ ਨੂੰ ਉਹ ਸਵਾਰਦਾ ਹੈ, ਸਿਰੇ ਚਾੜ੍ਹਦਾ ਹੈ, ਪੂਰਾ ਕਰਦਾ ਹੈ। ਕਿਸੇ ਹੋਰ ਕੋਲੋਂ ਇਹ ਕੰਮ ਸਿਰੇ ਨਹੀਂ ਚਾੜਿਆ ਜਾ ਸਕਦਾ, ਹੋਰ ਕਿਸੇ ਤੋਂ ਇਹ ਕਾਰਜ ਨਹੀਂ ਹੋ ਸਕਦਾ, ਇਹ ਮਾਲਕ ਆਪੇ ਪੂਰਨ ਕਰਦਾ ਹੈ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਆਖਣ ਲੱਗੇ ਇਸ ਮੇਲ ਦੀ ਬਰਕਤ ਨਾਲ, ਮਾਲਕ ਨਾਲ ਮਿਲਾਪ ਵਿਆਹ ਦੇ ਇਸ ਬਰਕਤ ਦੇ ਨਾਲ ਜੀਵ ਇਸਤਰੀ ਦੇ ਅੰਦਰ ਸੇਵਾ, ਸਤ ਤੋਂ ਭਾਵ ਸੇਵਾ, ਸੰਤੋਖ, ਦਇਆ, ਧਰਮ ਆਦਿਕ ਗੁਣ ਫਿਰ ਪੈਦਾ ਹੁੰਦੇ ਨੇ। ਭਾਵ ਇਹ ਸਾਰੇ ਜਿੰਦ ਹੈ ਜਿਹੜੀ ਇਹ ਸਭ ਕੁਛ ਦੀ ਕੀ ਮਾਲਕ ਬਣ ਜਾਂਦੀ ਹੈ। ਗੁਰਮੁਖ ਬੂਝੈ ਕੋਈ। ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ, ਜੋ ਗੁਰੂ ਵਿਚੋਲੇ ਕੋਲ ਆਉਂਦਾ ਹੈ। ਕਿਉਂਕਿ ਗੁਰੂ ਵਿਚੋਲਾ ਹੈ, ਗੁਰੂ ਦੇ ਕੋਲ ਜਿਹੜਾ ਆਉਂਦਾ ਹੈ ਫਿਰ ਗੁਰੂ ਦੁਆਰੇ ਵਿਆਹ ਜੇ ਹੋਆ, ਉਹਦਾ ਹੀ ਵਿਆਹ ਹੁੰਦਾ ਹੈ। ਭਾਵੇਂ ਦੁਨਿਆਵੀ ਤੌਰ 'ਤੇ ਵੀ ਅਸੀਂ ਗੁਰੂ ਕੋਲ ਆ ਕੇ ਸੰਸਾਰੀ ਤੌਰ 'ਤੇ ਇਸਤਰੀ ਤੇ ਮਰਦ ਜੁੜਦੇ ਨੇ ਆਪਣੀ ਸਾਰੀ ਉਮਰ ਦੇ ਲਈ। ਪੱਲਾ ਜਿਹੜਾ ਹੈ ਭਾਵ ਇੱਕ ਦੂਜੇ ਦੇ ਨਾਲ ਭਰੋਸਾ ਪ੍ਰਗਟ ਕਰਕੇ ਜੁੜਦੇ ਨੇ ਗੁਰੂ ਦੀ ਗਵਾਹੀ ਦੇ ਨਾਲ ਹੀ। ਇਸੇ ਤਰ੍ਹਾਂ ਮਾਲਕ ਨਾਲ ਜੁੜਨ ਦੇ ਲਈ ਵੀ ਗੁਰੂ ਵਿਚੋਲੇ ਦਾ ਕਾਰਜ ਕਰਦਾ ਹੈ। ਗੁਰੂ ਫਿਰ ਜਦੋਂ ਜੋੜ ਦਿੰਦਾ ਹੈ ਉਦੋਂ ਫਿਰ ਉਹਦੇ ਵਿੱਚ ਕਦੇ ਘਾਟ ਤਰੁੱਟੀ ਨਹੀਂ ਆਉਂਦੀ ਹੈ, ਪਰ ਇਹਦੇ ਲਈ ਗੁਰੂ ਨਾਲ ਜੁੜਨਾ ਪੈਂਦਾ ਹੈ। ਭਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸਨੋ ਨਦਰ ਕਰੇ ਸਾ ਸੁਹਾਗਨ ਹੋਏ। ਭਨਤ ਨਾਨਕ ਆਖਦਾ ਹੈ, ਨਾਨਕ ਭੰਨਦਾ ਹੈ, ਕਹਿੰਦਾ ਹੈ ਭਾਵੇਂ ਪਰਮਾਤਮਾ ਆਪ ਹੀ ਸਭ ਜੀਵ ਇਸਤਰੀਆਂ ਦਾ ਪਿਰ ਹੈ, ਖਸਮ ਹੈ, ਪਤੀ ਹੈ, ਜਿਸਨੂੰ ਨਦਰ ਕਰੇ ਸਾ ਸੁਹਾਗਨ ਹੋਏ। ਫਿਰ ਵੀ ਜਿਸ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਜਿਸ ਦੇ ਹਿਰਦੇ ਵਿੱਚ ਉਹ ਪ੍ਰਗਟ ਹੁੰਦਾ ਹੈ, ਉਹੀ ਭਾਗਾਂ ਵਾਲੀ ਹੁੰਦੀ ਹੈ, ਉਹੀ ਸੁਹਾਗ ਵਾਲੀ ਹੁੰਦੀ ਹੈ, ਉਹੀ ਸੁਹਾਗਣ ਜਿਹੜੀ ਹੈ ਉਹ ਹੁੰਦੀ ਹੈ। ਹਾਂਜੀ, ਅਗਲਾ ਸ਼ਬਦ ਕਰ ਲਈਏ ਆਪਾਂ। ਆਸਾ ਮਹਿਲਾ ਪਹਿਲਾ, ਗ੍ਰਹਿ ਬਨ ਸੰਸਰ ਸਹਿਜ ਸੁਭਾਏ।
ਦੁਰਮਤ ਗਤ ਭਈ ਕੀਰਤ ਠਾਏ। ਸਚ ਪੌੜੀ ਸਾਚੋ ਮੁਖ ਨਾਉ, ਸਤਿਗੁਰ ਸੇਵ ਪਾਏ ਨਿਜ ਥਾਉ। ਗ੍ਰਹਿ ਬਨ ਸੰਸਰ ਸਹਿਜ ਸੁਭਾਏ। ਸੰਸਰ ਭਾਵ ਬਰਾਬਰ, ਇੱਕੋ ਜਿਹਾ, ਕਿ ਜਿਸ ਨੇ ਮਨ ਨੂੰ ਵਸ ਵਿੱਚ ਕਰ ਲਿਆ ਉਸ ਮਨੁੱਖ ਨੂੰ ਘਰ ਅਤੇ ਜੰਗਲ ਇੱਕੋ ਜਿਹੇ ਨੇ ਉਹਦੇ ਵਾਸਤੇ। ਗ੍ਰਹਿ ਅਤੇ ਬਨ ਦੋਵੇਂ ਉਹਦੇ ਲਈ ਸਮਾਨ ਨੇ, ਭਾਵ ਉਹਨੂੰ ਸਭ ਥਾਵਾਂ 'ਤੇ ਮਾਲਕ ਨਜ਼ਰ ਆਉਂਦਾ ਹੈ। ਸਹਿਜ ਸੁਭਾਏ ਕਿਉਂਕਿ ਉਹ ਅਡੋਲ ਅਵਸਥਾ ਵਿੱਚ ਰਹਿੰਦਾ ਹੈ, ਸਹਿਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਅਤੇ ਮਾਲਕ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ ਹਮੇਸ਼ਾ। ਸੁਭਾਏ ਦੁਰਮਤ ਗਤ ਭਈ ਕੀਰਤ ਠਾਏ। ਆਖਣ ਲੱਗੇ ਗਤ ਭਾਈ ਭਾਵ ਕਿ ਦੁਰਮਤ ਦੀ ਗਤੀ ਹੋ ਜਾਂਦੀ। ਦੁਰਮਤ ਕੀ ਹੈ? ਦੂਰ ਚਲੇ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਉਸ ਮਨੁੱਖ ਦੀ ਭੈੜੀ ਮੱਤ ਜਿਹੜੀ ਉਹ ਦੂਰ ਹੋ ਜਾਂਦੀ ਹੈ ਅਤੇ ਉਸ ਦੇ ਥਾਂ ਉਸ ਦੇ ਅੰਦਰ ਮਾਲਕ ਦੀ ਸਿਫਤ ਸਲਾਹ ਫਿਰ ਵਸਦੀ ਹੈ, ਕੀਰਤੀ ਵਸਦੀ ਹੈ। ਸੱਚ ਪੌੜੀ ਸਾਚੋ ਮੁਖ ਨਾਉ। ਆਖਣ ਲੱਗੇ ਪ੍ਰਭੂ ਦਾ ਸਦਾ ਸਥਿਰ ਰਹਿਣ ਵਾਲਾ ਨਾਮ ਉਸ ਦੇ ਮੂੰਹ ਵਿੱਚ ਹੁੰਦਾ ਹੈ ਅਤੇ ਸਿਮਰਨ ਦੀ, ਮਾਲਕ ਦੀ ਇਸ ਯਾਦ ਦੀ ਸੱਚੀ ਪੌੜੀ ਦੀ ਰਾਹੀਂ ਫਿਰ ਕੀ ਹੈ? ਸਤਿਗੁਰ ਸੇਵ ਪਾਏ ਨਿਜ ਥਾਉ। ਸਤਿਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਉਹ ਮਨੁੱਖ ਉਹ ਆਤਮਿਕ ਟਿਕਾਣਾ ਨਿਜ ਥਾਉ ਪ੍ਰਾਪਤ ਕਰ ਲੈਂਦਾ ਹੈ ਜੋ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ। ਉਹਦੇ 'ਤੇ ਕਿਸੇ ਹੋਰ ਦੀ ਮਲਕੀਅਤ ਨਹੀਂ ਹੁੰਦੀ ਹੈ। ਮਨ ਚੂਰੇ ਖਟ ਦਰਸ਼ਨ ਜਾਣ, ਸਰਬ ਜੋਤ ਪੂਰਨ ਭਗਵਾਨ ਰਹਾਉ। ਅਦਿਕ ਤਿਆਸ ਭੀਖ ਬਹੁ ਕਰੈ, ਦੁਖ ਵਿਖਿਆ ਸੁਖ ਤਨ ਪਰ ਹਰੈ। ਕਾਮ ਕ੍ਰੋਧ ਅੰਤਰ ਧਨ ਹਿਰੈ, ਦੁਬਿਧਾ ਛੋੜ ਨਾਮ ਨਿਸਤਰੈ। ਮਨ ਚੂਰੇ ਖਟ ਦਰਸ਼ਨ ਜਾਣ। ਚੂਰੇ ਭਾਵ ਚੂਰਾ ਚੂਰਾ ਕਰੇ, ਮੰਦੇ ਸੰਸਕਾਰਾਂ ਦਾ ਨਾਸ਼ ਕਰਦੇ, ਚੂਰ ਹੀ ਕਰਦੇ, ਖਤਮ ਹੀ ਕਰਦੇ, ਮੁਕਾ ਹੀ ਦੇ। ਕਿ ਜੋ ਮਨੁੱਖ ਆਪਣੇ ਮਨ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ, ਭਾਵ ਕਿ ਇਹਦੀ ਮਾੜੀ ਮੱਤ ਦਾ ਨਾਸ਼ ਕਰ ਦਿੰਦਾ ਹੈ, ਉਹ ਇੰਜ ਮੰਨ ਲਓ ਕਿ 6 ਸ਼ਾਸਤਰਾਂ ਦਾ ਖਿਆਟ ਦਰਸ਼ਨ ਜਾਣ। ਉਹਨੇ ਜਿਵੇਂ 6 ਸ਼ਾਸਤਰਾਂ ਨੂੰ ਜਾਣ ਲਿਆ ਹੋਵੇ, ਭਾਵ ਉਹ ਬਹੁਤ ਬੁੱਧੀ ਵਾਲਾ ਹੋ ਜਾਂਦਾ ਹੈ। ਸਰਬ ਜੋਤ ਪੂਰਨ ਭਗਵਾਨ, ਉਸ ਨੂੰ ਅਕਾਲ ਪੁਰਖ ਦੀ ਜੋਤ ਸਭ ਜੀਵਾਂ ਵਿੱਚ ਵਿਆਪਕ ਫਿਰ ਕੀ ਹੈ? ਨਜ਼ਰ ਆਉਂਦੀ ਹੈ, ਦਿਸਦੀ ਹੈ। ਰਹਾਉ ਅਦਿਕ ਤਿਆਸ ਭੀਖ ਬਹੁ ਕਰੈ। ਤਿਆਸ ਭਾਵ ਤ੍ਰਿਸ਼ਨਾ। ਆਖਣ ਲੱਗੇ ਪਰ ਜੇ ਮਨੁੱਖ ਦੇ ਅੰਦਰ ਮਾਇਆ ਦੀ ਅਦਿਕ ਤਿਆਸ ਹੋਏ, ਬਹੁਤ ਜ਼ਿਆਦਾ ਹੀ ਤ੍ਰਿਸ਼ਨਾ ਹੋਵੇ, ਭੇਖ ਬਹੁ ਕਰੈ। ਆਖਣ ਲੱਗੇ ਬਾਹਰ ਜਗਤ ਵਿਖਾਵੇ ਲਈ ਉਹ ਬਹੁਤ ਧਾਰਮਿਕ ਲਿਬਾਸ ਪਹਿਨੇ, ਧਾਰਮਿਕ ਜਿਹੜਾ ਹੈ ਉਹ ਕੱਪੜੇ ਪਹਿਨੇ, ਲਿਬਾਸ ਪਾਏ। ਦੁੱਖ ਵਿਖਿਆ ਸੁਖ ਤਨ ਪਰ ਹਰੈ। ਪਰ ਮਾਇਆ ਦੀ ਮੋਹ ਤੋਂ ਪੈਦਾ ਹੋਇਆ ਦੁੱਖ ਕਲੇਸ਼ ਉਸ ਦੇ ਅੰਦਰ ਆਤਮਿਕ ਸੁੱਖ ਨੂੰ ਕੀ ਹੈ? ਦੂਰ ਕਰ ਦਿੰਦਾ। ਬਾਹਰੋਂ ਉਹ ਪਹਿਨ ਲੈਂਦਾ ਕਿ ਮੈਂ ਬੜਾ ਸੱਚਾ, ਮੈਂ ਬੜਾ ਗਿਆਨੀ ਹਾਂ, ਮੈਂ ਬੜਾ ਵਿਦਵਾਨ ਹਾਂ, ਮੈਂ ਬਹੁਤ ਉੱਚੀ ਰੂਹ ਵਾਲਾ ਹਾਂ ਜਾਂ ਮਾਲਕ ਨਾਲ ਇੱਕ ਮਿੱਕ ਹੈ। ਬਾਹਰੋਂ ਲਿਬਾਸ ਕਰਕੇ ਹੋ ਸਕਦਾ ਹੈ, ਪਰ ਉਹਦੇ ਅੰਦਰ ਜਿਹੜੀ ਹੈ ਤ੍ਰਿਸ਼ਨਾ ਹੈ, ਵਿਕਾਰ ਹੈ, ਇਹ ਦੁੱਖ ਹੈ। ਉਹਦੇ ਦੁੱਖ ਦੇ ਕਰਕੇ ਉਹਦੇ ਅੰਦਰੋਂ ਸੁੱਖ ਦੂਰ ਹੋ ਜਾਂਦਾ ਹੈ, ਨਾਸ਼ ਹੋ ਜਾਂਦਾ, ਅੰਦਰ ਉਹਦੇ ਟਿਕਾ ਨਹੀਂ ਰਹਿੰਦਾ ਹੈ। ਭਾਵੇਂ ਬਾਹਰੋਂ ਉਹ ਜਿਤਨਾ ਮਰਜ਼ੀ ਸੋਹਣਾ ਚੋਗਾ ਪਾ ਕੇ ਲਿਬਾਸ ਧਾਰਮਿਕ ਪਹਿਨ ਕੇ ਸੱਚੇ ਹੋਣ ਦਾ ਯਤਨ ਕਰੇ, ਮਾਲਕ ਰੱਬ ਦਾ ਭਗਤ ਬਣਨ ਦਾ, ਸੰਤ ਬਣਨ ਦਾ ਜਿਹੜਾ ਹੈ ਨਾਟਕ ਕਰੇ। ਕਾਮ ਕ੍ਰੋਧ ਅੰਤਰ ਧਨ ਹਿਰੈ। ਕਹਿੰਦੇ ਕਾਮ ਤੇ ਕ੍ਰੋਧ ਉਸ ਦੇ ਅੰਦਰਲੇ ਧਨ ਨੂੰ, ਨਾਮ ਧਨ ਨੂੰ ਕੀ ਹੈ?
ਹਿਰ ਲੈਂਦੇ ਐ, ਚੋਰੀ ਕਰ ਲੈਂਦੇ ਐ। ਦੁਬਿਧਾ ਛੋੜ ਨਾਮ ਨਿਸਤਰੈ, ਆਖਣ ਲੱਗੇ ਤ੍ਰਿਸ਼ਨਾ ਦੇ ਹੜ ਵਿੱਚੋਂ, ਇਸ ਦਰਿਆ ਵਿੱਚੋਂ ਉਹੀ ਮਨੁੱਖ ਪਾਰ ਲੰਘਦਾ ਹੈ, ਉਹੀ ਬਚਦਾ ਹੈ ਜੋ ਮਾਲਕ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਤੇ ਜੋ ਦੁਚਿੱਤੇਪਣ ਨੂੰ ਕੀ ਹੈ ਛੱਡ ਦਿੰਦਾ ਹੈ, ਵਿਕਾਰਾਂ ਵਾਲੇ ਪਾਸੇ ਨੂੰ, ਮਾਇਆ ਵਾਲੇ ਪਾਸੇ ਨੂੰ ਤਿਆਗ ਦਿੰਦਾ ਹੈ। ਸਿਫਤ ਸਲਾਹਨ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ। ਆਪੇ ਕਰੇ ਆਪੇ ਬਖਸ਼ਿੰਦ, ਤਨ ਮਨ ਹਰਿ ਪੈ ਆਗੈ ਜਿੰਦ। ਆਖਣ ਲੱਗੇ ਜਿਨੇ ਮਨ ਨੂੰ ਮਾਰ ਲਿਆ ਹੈ, ਸਿਫਤ ਸਲਾਹਨ ਸਹਿਜ ਆਨੰਦ, ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਤੇ ਆਤਮਿਕ ਅਡੋਲਤਾ ਦਾ ਸਹਿਜ ਦਾ ਆਨੰਦ ਫਿਰ ਮਾਣਦਾ ਹੈ। ਸਖਾ ਸੈਨ ਪ੍ਰੇਮ ਗੋਬਿੰਦ, ਸੈਨ ਤੋਂ ਭਾਵ ਮਿੱਤਰ, ਗੋਬਿੰਦ ਦੇ ਪ੍ਰੇਮ ਨੂੰ, ਮਾਲਕ ਦੇ ਪ੍ਰੇਮ ਨੂੰ ਆਪਣਾ ਫਿਰ ਸਾਥੀ ਮਿੱਤਰ ਬਣਾਉਂਦਾ ਹੈ। ਆਪੇ ਕਰੇ ਆਪੇ ਬਖਸ਼ਿੰਦ, ਉਸ ਨੂੰ ਯਕੀਨ ਭਰੋਸਾ ਇਹ ਸਦਾ ਰਹਿੰਦਾ ਹੈ ਕਿ ਮਾਲਕ ਆਪ ਹੀ ਜੀਵਾਂ ਨੂੰ ਕਰਦਾ ਹੈ, ਬਣਾਉਂਦਾ ਹੈ, ਪੈਦਾ ਕਰਦਾ ਹੈ, ਆਪ ਹੀ ਉਹਨਾਂ ਨੂੰ ਦਾਤਾਂ ਬਖਸ਼ਣ ਵਾਲਾ ਹੈ। ਤਨ ਮਨ ਹਰਿ ਪੈ ਆਗੈ ਜਿੰਦ, ਆਖਣ ਲੱਗੇ ਉਹ ਆਪਣਾ, ਉਹ ਮਨੁੱਖ ਆਪਣਾ ਤਨ, ਆਪਣਾ ਮਨ, ਆਪਣੀ ਜਿੰਦ ਮਾਲਕ ਪ੍ਰਭੂ ਦੇ ਅੱਗੇ ਕਰਦਾ ਹੈ, ਭਾਵ ਉਹਦੇ ਹਵਾਲੇ ਕਰਦਾ ਹੈ ਜਾਂ ਕਰੀ ਰੱਖਦਾ ਹੈ। ਝੂਠ ਵਿਕਾਰ ਮਹਾ ਦੁਖ ਦੇ, ਭੇਖ ਵਰਨ ਦਿਸੈ ਸਭ ਖੇ। ਜੋ ਉਪਜੈ ਸੋ ਆਵੈ ਜਾਈ, ਨਾਨਕ ਅਸਥਿਰ ਨਾਮ ਰਜ਼ਾਈ। ਝੂਠ ਵਿਕਾਰ ਮਹਾ ਦੁਖ ਦੇ ਭਾਵ ਸਰੀਰ। ਆਖਣ ਲੱਗੇ ਮਨ ਮਾਰ ਕੇ ਆਤਮਿਕ ਆਨੰਦ ਲੈਣ ਵਾਲੇ ਨੂੰ ਝੂਠ ਆਦਿਕ ਵਿਕਾਰ ਸਰੀਰ ਵਾਸਤੇ ਭਾਰੀ ਕਸ਼ਟ ਦਾ ਮੂਲ ਜਾਪਦੇ ਹੈ। ਉਹਨਾਂ ਨੂੰ ਇੰਜ ਲੱਗਦਾ ਜਿਹੜਾ ਮਨ ਨੂੰ ਮਾਰ ਕੇ ਆਤਮਿਕ ਆਨੰਦ 'ਚ ਰਹਿੰਦਾ ਹੈ, ਉਹਨੂੰ ਫਿਰ ਝੂਠ ਵਿਕਾਰ ਇਹ ਬੜਾ ਵੱਡਾ ਦੁੱਖ ਲੱਗਦੇ, ਇਸ ਕਰਕੇ ਉਹਨਾਂ ਨੂੰ ਫਿਰ ਆਪਣੇ ਨੇੜੇ ਨਹੀਂ ਆਉਣ ਦਿੰਦਾ। ਭੇਖ ਵਰਨ ਦਿਸੈ ਸਭ ਖੇ, ਆਖਣ ਲੱਗੇ ਜਗਤ ਵਿਖਾਵੇ ਵਾਲੇ ਇਹ ਸਾਰੇ ਧਾਰਮਿਕ ਭੇਖ ਅਤੇ ਵਰਨ ਇਹ ਸਾਰੇ ਉਹਨੂੰ ਮਿੱਟੀ ਸਮਾਨ ਦਿਸਦੇ ਹੈ। ਜਾਤਾਂ ਪਾਤਾਂ ਭੇਖ ਇਹ ਪਹਿਰਾਵੇ ਹੈ ਜਿਹੜੇ ਕਿ ਆਹ ਪਹਿਰਾਵਾ ਪਹਿਨ ਕੇ ਆਹ ਕੰਮ ਨਹੀਂ ਹੁੰਦਾ, ਆਹ ਨਹੀਂ ਹੁੰਦਾ। ਕਹਿਣ ਦਾ ਭਾਵ ਉਹ ਸਾਦੇ ਲਿਬਾਸ ਵਿੱਚ ਰਹਿ ਕੇ, ਕਿਉਂਕਿ ਆਮ ਤੌਰ 'ਤੇ ਸੰਸਾਰ 'ਚ ਵੇਖਦੇ ਆ ਨਾ, ਕਈ ਥਾਵਾਂ 'ਤੇ ਇਹ ਹੀ ਲੜਾਈ ਹੋ ਜਾਂਦੀ ਹੈ ਕਿ ਪੈਂਟ ਪਾ ਕੇ ਤਾਬਿਆਂ ਨਹੀਂ ਬਹਿਣਾ। ਬਹੁਤ ਥਾਵਾਂ 'ਤੇ ਪੈਂਟ ਸ਼ਰਟ ਪਾ ਕੇ ਨਹੀਂ ਬਹਿਣਾ ਜੀ, ਚੋਲਾ ਪਾਓ ਜਾਂ ਕੁੜਤਾ ਪਜਾਮਾ ਪਾਓ। ਹਰ ਸਿੱਖ ਨਾ ਜਿਹਦੀ ਡਿਊਟੀ ਹੈ, ਕੋਈ ਗ੍ਰੰਥੀ ਹੈ, ਕੀਰਤਨੀਆ ਸਿੰਘ ਹੈ, ਕਥਾਵਾਚਕ ਹੈ, ਉਹਨਾਂ ਦੀ ਡਿਊਟੀ ਹੈ ਉਹ ਡਰੈਸ ਵਿੱਚ ਰਹਿੰਦੇ ਹੈ, ਪਰ ਪਹਿਰਾਵੇ ਤੇ ਰਹਿਤ ਮਰਿਆਦਾ ਵਿੱਚ ਵੇਖਦੇ ਹਾਂ ਪਾਬੰਦੀ ਨਹੀਂ ਹੈ। ਕੋਈ ਵੀ ਪਹਿਨ ਸਕਦਾ ਹੈ, ਪਰ ਉਹ ਕੀ ਹੈ ਤਨ ਦਾ ਵਿਖਾਵਾ ਨਾ ਕਰਦਾ ਹੋਏ, ਉਹ ਭੜਕੀਲਾ ਪਹਿਰਾਵਾ ਨਾ ਹੋਵੇ, ਇਹਦੇ ਤੇ ਪਾਬੰਦੀ ਹੈ। ਦਸਤਾਰ ਅਤੇ ਕਛਹਿਰੇ ਤੋਂ ਛੁੱਟ ਕੋਈ ਪਾਬੰਦੀ ਨਹੀਂ ਹੈ, ਪਰ ਪਹਿਰਾਵਾ ਭੜਕੀਲਾ ਨਾ ਹੋਵੇ, ਕਿਸੇ ਦੇ ਧਿਆਨ ਨੂੰ ਤੋੜਦਾ ਨਾ ਹੋਏ, ਇਹਦੇ ਤੇ ਪਾਬੰਦੀ ਹੈ। ਇਸ ਕਰਕੇ ਖਿਆਲ ਰੱਖਣਾ ਹੈ, ਕੋਈ ਵੀ ਸਿੱਖ ਪੈਂਟ ਸ਼ਰਟ ਪਾਈ ਹੈ ਉਹਨੇ ਜਾਂ ਉਹਨੇ ਕੁੜਤਾ ਪਜਾਮਾ ਪਾਇਆ ਹੈ, ਉਹਦਾ ਕਹਿਣ ਦਾ ਭਾਵ ਤਨ ਹੈ ਜਿਹੜਾ ਉਹ ਢੱਕਿਆ ਹੋਏ, ਉਹ ਸਤਿਗੁਰੂ ਦੀ ਤਾਬਿਆ ਬਹਿ ਕੇ ਆਪਣਾ ਸਹਿਜ ਪਾਠ ਆਪ ਕਰ ਸਕਦਾ ਹੈ। ਭਾਵ ਕਿ ਇਹ ਨਹੀਂ ਕਿ ਜੇ ਉਹ ਕੁੜਤਾ ਪਜਾਮਾ ਪਾਏਗਾ ਤੇ ਫੇਰ ਹੀ ਸਿੱਖ, ਐਸਾ ਨਹੀਂ ਹੈ ਬਿਲਕੁਲ ਵੀ, ਇਹ ਖਿਆਲ ਰੱਖਣਾ ਹੈ। ਇਸ ਕਰਕੇ ਕਹਿੰਦੇ ਜਿਹੜੇ ਰੱਬ ਨਾਲ ਜੁੜ ਜਾਂਦੇ ਹੈ, ਫਿਰ ਭੇਖ ਵਰਨ ਹੈ ਨਾ, ਆ ਬਾਰੀ ਪਹਿਰਾਵੇ, ਇਹਨਾਂ ਤੋਂ ਉੱਪਰ ਉੱਠ ਜਾਂਦੇ, ਨਾ ਜਾਤ ਦਾ ਨਾ ਇਸ ਭੇਖ ਦਾ। ਨਾਲ ਹੀ ਖਿਆਲ ਰੱਖਣਾ ਹੈ ਪਹਿਰਾਵਾ ਜਿਹੜਾ ਭੜਕੀਲਾ ਨਾ ਹੋਏ।
ਤੁਹਾਡੇ ਅੰਗ ਉਹਦੇ ਵਿੱਚੋਂ ਨਜ਼ਰ ਨਾ ਆਉਂਦੇ ਹੋਣ। ਕਿਉਂਕਿ ਕਈ ਵਾਰ ਅੱਜ ਦੇ ਸਮੇਂ ਦੇ ਵਿੱਚ ਪਹਿਰਾਵਾ ਹੀ ਇੰਨਾ ਬੁਰਾ ਹੋ ਗਿਆ ਹੈ ਕਿ ਉਹ ਪਾਇਆ ਹੋਇਆ ਵੀ ਇੰਜ ਲੱਗਦਾ ਜਿਵੇਂ ਪਾਇਆ ਹੀ ਨਹੀਂ ਹੁੰਦਾ। ਇੰਨਾ ਜ਼ਿਆਦਾ ਟਾਈਟ ਜਿਹੜਾ ਹੈ ਉਹ ਪਹਿਰਾਵਾ ਬਹੁਤ ਸਾਰੇ ਜਿਹੜੇ ਸਮਾਜ ਦੇ ਵਿੱਚ ਲੋਕਾਂ ਦੇ ਪਾਇਆ ਹੁੰਦਾ ਹੈ। ਇਸ ਕਰਕੇ ਉਹ ਵੀ ਪਹਿਰਾਵਾ ਸਿੱਖੀ ਦੇ ਵਿੱਚ ਠੀਕ ਨਹੀਂ ਹੈ। ਇਸ ਕਰਕੇ ਇਸ ਨੂੰ ਵੀ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈ। ਜੋ ਉਪਜੈ ਸੋ ਆਵੈ ਜਾਏ, ਕਹਿਣ ਲੱਗੇ ਉਸ ਨੂੰ ਯਕੀਨ ਰਹਿੰਦਾ ਹੈ ਕਿ ਜਗਤ ਤਾਂ ਪੈਦਾ ਹੁੰਦਾ ਹੈ ਤੇ ਨਾਸ ਹੋ ਜਾਂਦਾ ਹੈ। ਨਾਨਕ ਅਸਥਿਰ ਨਾਮ ਰਜ਼ਾਏ ਹੈ। ਨਾਨਕ ਪਰਮਾਤਮਾ ਦਾ ਇੱਕ ਨਾਮ ਹੀ ਸਦਾ ਸਥਿਰ ਰਹਿਣ ਵਾਲਾ ਹੈ, ਸੱਚਾ ਹੈ। ਇਸ ਵਾਸਤੇ ਉਹ ਨਾਮ ਜਪਦਾ ਹੈ, ਭਾਵ ਸਦਾ ਉਹਦੀ ਬਾਣੀ ਰਜ਼ਾ ਦੇ ਵਿੱਚ ਰਹਿੰਦਾ ਹੈ। ਰਹਿਮਤ ਕਰਨ ਸਤਿਗੁਰੂ ਪਾਤਸ਼ਾਹ ਜੀ। 11 ਸ਼ਬਦਾਂ ਦੀ ਵਿਚਾਰ ਇੱਥੋਂ ਤੱਕ ਆਪਾਂ ਸੰਪੂਰਨ ਕੀਤੀ ਹੈ। ਅਗਲੀਆਂ ਵਿਚਾਰਾਂ ਅਗਲੇ ਦੀਵਾਨਾਂ ਦੇ ਵਿੱਚ ਸਾਂਝੀਆਂ ਕਰਾਂਗੇ ਜੀ। ਪਤੀ ਪ੍ਰਵਾਨ ਕਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।